ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਸਾਡੇ ਵਡੇਰਿਆਂ ਨੇ ਇਹ ਸੰਸਾਰ ਦੀ ਤੁਲਨਾ ਸਰਾਂ ਨਾਲ ਕੀਤੀ ਹੈ। ਆਪਾਂ ਜਿੱਥੇ ਬੈਠੇ ਆ ਨਾ, ਇਹਨੂੰ ਧਰਮ ਗ੍ਰੰਥਾਂ ਵਿੱਚ ਸਰਾਂ ਲਿਆ ਕਿਹਾ। ਸਰਾਂ ਇੱਕ ਪੰਜਾਬੀ ਦਾ ਵਿਦਵਾਨ ਜਿਹਨੂੰ ਆਪਾਂ ਸਾਰੇ ਜਾਣਦੇ ਹਾਂ, ਸ਼ਾਹ ਮੁਹੰਮਦ ਨੇ ਬੜਾ ਸੁੰਦਰ ਲਿਖਿਆ। ਉਹ ਕਹਿੰਦਾ ਇਹ ਜੱਗ ਸਰਾਂ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕੋਈ ਆ ਗਏ, ਸ਼ਦਾਦ ਨਮਰੂਦ ਫਰੌਨ ਜਹੇ, ਦਾਵਾ ਬੰਨ ਖੁਦਾ ਕਹਾ ਗਏ, ਅਕਬਰ ਸ਼ਾਹ ਦੇ ਵਿੱਚ ਦਿੱਲੀ ਦੇ ਜੀ, ਫੇਰੀ ਵਾਂਗ ਬਣਜਾਰਿਆਂ ਪਾ ਗਏ, ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾ ਗਏ। ਆਪਾਂ ਇਹ ਵੀ ਪੜ੍ਹਦੇ ਹਾਂ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, 12 जोजन छत्र चले था देही गिरज न खाई, सर्ब सोइन की लंका होती रावण से अधकाई, कां भयो दर बांधे हाथी खिनमे पई पराई। ਜਿਹੜਾ ਦੁਰਯੋਧਨ ਹੋਇਆ ਨਾ, ਜਦੋਂ ਆਪਣੀ ਸੈਨਾ ਦਾ ਨਿਰੀਖਣ ਕਰਦਾ ਤੇ 72 ਮੀਲ ਤੱਕ ਉਹਦੇ ਨੌਕਰ ਚਾਕਰ ਛਤਰੀਆਂ ਤਾਣ ਕੇ ਖੜੋਤੇ ਰਹਿੰਦੇ ਸਨ। 72 ਮੀਲ। ਲੇਕਿਨ ਜਦੋਂ ਮੌਤ ਹੋਈ, ਉਹਨਾਂ ਦਾ ਸੰਸਕਾਰ ਕਰਨ ਵਾਲਾ ਕੋਈ ਨਹੀਂ, ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਦੇਹ ਗਿਰਝਾਂ ਨੇ ਖਾਧੀ। ਗੁਰਮੁਖੋ, ਤੁਸੀਂ ਅੰਮ੍ਰਿਤਸਰ ਸਾਹਿਬ ਜਾਂਦੇ ਹੋ, ਉੱਥੇ ਗੁਰੂ ਰਾਮਦਾਸ ਸਰਾਂ ਵਿੱਚ 3 ਦਿਨ ਤੋਂ ਵੱਧ ਰਹਿਣ ਦੀ ਆਗਿਆ ਨਹੀਂ। ਜਿਹੜੀ ਗੁਰੂ ਰਾਮਦਾਸ ਸਰਾਂ ਹੈ ਨਾ, ਉੱਥੇ 3 ਦਿਨ ਦੀ ਪਰਚੀ ਕੱਟਦੇ ਨੇ। ਤੇ ਮੈਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਕੀਤੀ ਵੀ ਗੁਰਮੁਖੋ, ਬੰਦਾ ਦੂਰੋਂ ਆਇਆ ਤੇ 4 ਦਿਨ ਵੱਧ ਰਹਿ ਗਿਆ, ਤੇ ਤੁਹਾਡਾ ਕੀ ਫਰਕ ਹਰਜ ਹੈ? ਉਹ ਕਹਿੰਦੇ ਗਿਆਨੀ ਜੀ, ਇਹ ਗੁਰੂ ਦਾ ਘਰ ਹੈ ਤੇ ਅਸੀਂ ਗੁਰੂ ਦੀ ਮਰਜ਼ਾਦਾ ਦੇ ਮੁਤਾਬਕ ਚੱਲਦੇ ਹਾਂ। ਆਪਾਂ ਗੁਰਬਾਣੀ 'ਚ ਵੀ ਪੜ੍ਹਦੇ ਹਾਂ, ਦੁਨੀਆ ਕੀ ਸੋਭਾ 4 ਦਿਹਾੜੇ ਜਾਂਦੀ ਵਿਲ ਬਣਾਏ। ਜਿਹੜੀ ਇਹ ਦੁਨੀਆ ਦੀ ਸੋਭਾ, ਇਹ ਕੇਵਲ ਤੇ ਕੇਵਲ 4 ਦਿਹਾੜੇ ਹੈ। ਜਾਂਦਿਆਂ ਦੇਰੀ ਨਹੀਂ ਲੱਗਦੀ। ਗੁਰਮੁਖੋ, 4 ਦਿਨ ਦਾ ਭਾਵ ਸਾਰੇ ਜਣੇ ਆਪਣੇ ਵੱਲ ਵੇਖਣਾ, ਕਿਸੇ ਵੱਲ ਨਹੀਂ, ਆਪਣੇ ਵੱਲ। ਜਿੱਦਣ ਸਾਡਾ ਜਨਮ ਹੋਇਆ, ਇੱਕ ਦਿਨ ਉਹ, ਔਰ ਦੂਜਾ ਜਿਹੜਾ ਕੱਲ ਦਿਨ ਲੱਗ ਗਿਆ, ਜਿਹਨੂੰ ਅੰਗਰੇਜ਼ੀ ਵਿੱਚ ਯੈਸਟਰਡੇ ਕਹਿੰਦੇ ਨੇ, ਤੇ ਤੀਜਾ ਅੱਜ ਦਾ ਦਿਨ, ਤੇ ਚੌਥਾ ਦਿਨ ਹੋ ਸਕਦਾ ਵੀ ਸਾਡਾ ਕੱਲ ਦਾ ਦਿਨ ਮੌਤ ਵਾਲਾ ਹੋਵੇ। ਇਹ ਕਿਸੇ ਨੂੰ ਕੋਈ ਪਤਾ ਨਹੀਂ। ਇੱਕ ਮੈਂ ਸਾਦੀ ਜੀ ਗੱਲ ਆਮ ਹਰ ਥਾਂ ਤੇ ਕਹਿਣਾ, ਹਰ ਰੋਜ਼ ਆਪਾਂ ਇੱਥੇ ਬੈਠੇ ਆ, ਤੁਸੀਂ ਅੱਜ ਦੀ ਡੇਟ ਨਿਸ਼ਚਿਤ ਕਰ ਲਓ, ਨੋਟ ਕਰ ਲਓ, 26 ਜੂਨ 2022, ਔਰ 23 ਨੂੰ ਅੱਜ ਦੇ ਦਿਨ ਤੁਸੀਂ ਮੇਲਾ ਮਨਾਉਣਾ ਹੈ। ਤੇ ਜਿੰਨੇ ਵੀ ਭਰਾ ਭੈਣਾਂ ਉਹਨਾਂ ਦੇ ਨਾਮ ਨੋਟ ਕਰ ਲਓ, ਵੱਡਿਆਂ ਛੋਟਿਆਂ ਦੇ। ਲੇਕਿਨ ਆਉਂਦੇ ਸਾਲ ਨੂੰ ਉਹ ਕਾਪੀ ਕੱਢ ਲੈਣੀ, ਆਪਣੇ ਚੋਂ ਕਈਆਂ ਨੇ ਹੋਣਾ ਤੇ ਕਈਆਂ ਨਹੀਂ ਹੋਣਾ। ਸਾਲ ਤਾਂ ਇੱਕ ਹੈ ਨਾ। 2022 26 ਜੂਨ ਹੈ। ਭੈਣ ਭਰਾ ਵੱਡੇ ਛੋਟੇ ਆਏ ਆ, ਨਾਂ ਲਿਖ ਲਓ। ਆਉਂਦੇ 23 ਨੂੰ ਆਪਿਆਂ ਚੋਂ ਕਈਆਂ ਨਹੀਂ ਹੋਣਾ। ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸੀ, ਹੈ, ਹੋਵੇਗਾ। ਉਹਦਾ ਕਾਰਨ ਆਪਾਂ ਜਿੰਨੇ ਵੀ ਆਪਾਂ ਝੂਠ, ਇਹ ਸੱਚ ਹੈ। ਜਿਹੜਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨਾ, ਇਹ ਸੱਚ ਹੈ, ਆਪਾਂ ਝੂਠ ਹਾਂ। ਗੱਲ ਕਰਨੀ ਮੈਂ ਮਹਾਂਪੁਰਸ਼ਾਂ ਦੀ ਬਰਸੀ ਦੀ। ਸਰਾਂ ਵਿੱਚ
ਮੁਸਾਫਰ ਆਉਂਦੇ ਨੇ, ਚੌਂਕੀਦਾਰ ਦੇ ਕੋਲੋਂ ਚਾਬੀ ਲਈ, ਰਾਤ ਕੱਟ ਕੇ ਗਏ। ਦਿਨ ਚੜਿਆ ਤੇ ਚਾਬੀ ਚੌਂਕੀਦਾਰ ਨੂੰ ਫੜਾਈ। ਚੌਂਕੀਦਾਰ ਨੇ ਦਰਵਾਜ਼ਾ ਖੋਲਿਆ ਤੇ ਕਹਿਣ ਲੱਗਾ, ਰਾਤ ਜਾਪਦਾ ਕਮਰੇ 'ਚ ਪਸ਼ੂ ਰਹੇ ਨੇ। ਮੁਸਾਫਰ ਸਰਾਂ ਵਿੱਚ ਆਇਆ, ਚਾਬੀ ਲਈ, ਰਾਤ ਕੱਟੀ, ਚਲਾ ਗਿਆ। ਉਹਦੇ ਜਾਣ ਤੋਂ ਬਾਅਦ ਚੌਂਕੀਦਾਰ ਕਹਿਣ ਲੱਗਾ ਵੀ ਰਾਤ ਕਮਰੇ 'ਚ ਪਸ਼ੂ ਆਇਆ ਹੈ। ਬੰਦਾ ਉਹਦੀ ਪਸ਼ੂ ਨਾਲ ਤੁਲਨਾ ਕਿਉਂ ਕੀਤੀ? ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਕਰਤੂਤ ਪਸ਼ੂ ਕੀ, ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ। ਮੇਰੀ ਤੁਸੀਂ ਕਥਾ ਆਮ ਟੀਵੀ ਸੁਣਦੇ ਆ, 5 ਭਰਾ ਬੈਠੇ ਨੇ ਕੁਰਸੀਆਂ ਵਾਲੇ, 3 ਮੇਰੀਆਂ 4 ਭੈਣਾਂ ਤੇ ਇਹ 2 ਭਰਾ। ਮੈਂ ਬੇਨਤੀ ਕਰਾਂਗਾ ਤੁਹਾਡੇ ਚਰਨਾਂ 'ਚ ਪੱਗ ਰੱਖ ਕੇ ਰੱਬ ਦਾ ਵਾਸਤਾ ਜੇ ਥੱਲੇ ਹੋ ਜਾਓ। ਇਸ ਪੱਗ ਵਾਸਤੇ ਮੈਂ 10 ਸਾਲ ਕੈਦ ਵੀ ਕੱਟੀ ਜੇ। ਇਹ ਨਾ ਆਖਿਆ ਵੀ ਮੇਰਾ ਗਿਆਨੀ ਗੱਲਾਂ ਵਾਲਾ ਹੈ। ਮੇਰੀ ਪੱਗ ਲਈ ਤੇ ਮੈਂ 10 ਸਾਲ ਕੈਦ ਕੱਟੀ ਇਸ ਪੱਗ ਲਈ। ਪਰ ਅੱਜ ਉਹ ਪੱਗ ਮੈਂ ਤੁਹਾਡੇ ਪੈਰਾਂ ਵਿੱਚ ਰੱਖ ਕੇ ਬੇਨਤੀ ਕਰਦਾ, ਗੁਰੂ ਦੀ ਹਜ਼ੂਰੀ ਹੈ, ਮੇਰੀ ਪੱਗ ਦੀ ਇੱਜ਼ਤ ਕਰੋ, ਥੱਲੇ ਹੋ ਜਾਓ। ਤੇ ਜੇ ਨਹੀਂ ਹੋਣਾ ਤੇ ਇਹਨਾਂ ਨੂੰ ਓਲੇ ਕਰ ਦਿਓ, ਕਿਉਂਕਿ ਮੈਨੂੰ ਪੀੜ ਹੁੰਦੀ ਹੈ। ਕਿਉਂ? ਮੈਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰੱਬ ਸਮਝਦਾ। ਜਿਹੜਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਆਪ ਨਹੀਂ ਕਰਦਾ, ਸਿੱਖ ਕਾਹਦਾ ਹੈ? ਯਾਦ ਰੱਖਿਆ, ਜੇ ਇੱਥੇ ਉੱਚੇ ਹੋ ਕੇ ਆਵਾਂਗੇ, ਨੀਵੇਂ ਹੋ ਕੇ ਜਾਵਾਂਗੇ। ਜੇ ਨੀਵੇਂ ਬਣ ਕੇ ਆਵਾਂਗੇ ਤੇ ਉੱਚੇ ਹੋ ਜਾਵਾਂਗੇ। ਬਾਣੀ ਕਹਿੰਦੀ ਹੈ, ਧਰ ਤਰਾਜੂ ਤੋਲੀਏ, ਨਿਵੇਂ ਸੋ ਗੌਰਾ ਹੋਏ। ਜਿਹੜਾ ਨਿਵੇਂਗਾ ਉਹ ਭਾਰੀ, ਜਿਹੜਾ ਨਹੀਂ ਨਿਉਂਦਾ ਉਹ ਮਾਰਿਆ ਜਾਏਗਾ। ਮੇਰੀ ਕਥਾ ਟੇਢੀ ਹੁੰਦੀ ਮੈਨੂੰ, ਕਿਉਂਕਿ ਗਰਮੀ ਬੜੀ ਆਉਂਦੀ। ਮੈਂ ਪਿੰਡਰਾਂ ਵਾਲੇ ਦਾ ਭਤੀਆ ਕਰਤਾਰ ਸਿੰਘ ਦਾ ਤੇ ਸੰਤ ਜਰਨੈਲ ਸਿੰਘ ਦਾ ਨਾਂ ਰਿਹਾ, ਜਿਹਨੇ ਧਮਾਕੇ ਪਾਏ ਦਿੱਲੀ ਸਰਕਾਰ ਨਾਲ। ਮੈਂ ਕੀ ਕਰਾਂ, ਉਹਦੀ ਸੰਗਤ ਮੈਨੂੰ ਮਜਬੂਰ ਕਰਦੀ, ਮੈਂ ਤੁਰਿਆ ਨਹੀਂ ਜਾਂਦਾ। ਮੇਰਾ ਰੱਬ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਤੁਸੀਂ ਉੱਚੇ ਥਾਂ ਤੇ ਬਿਠਾਓ, ਪਰਦਾ ਕਰ ਦਿਓ। ਮੈਨੂੰ ਉੱਚੇ ਬਹਿਣ ਤੇ ਕੋਈ ਤਕਲੀਫ ਨਹੀਂ। ਮੈਨੂੰ ਤਕਲੀਫ ਇਸ ਗੱਲ ਦੀ ਵੀ ਗੁਰੂ ਦੇ ਬਰਾਬਰ ਹੋ ਕੇ ਉੱਚੇ ਬਹਿਣਾ ਗਲਤ ਹੈ। ਇੰਨੀ ਗੱਲ। ਮੈਂ ਕਥਾ ਵਾਲੇ ਪਾਸੇ ਆਵਾਂ। ਹੁਣ ਮੈਂ ਥੋੜੀ ਜਿਹੀ ਕਥਾ ਕਰਦਿਆਂ ਕਿ ਗਿਆਨੀ ਜੀ ਤੁਹਾਨੂੰ ਤਕਲੀਫ ਕੀ ਹੈ? ਤੁਸੀਂ ਇੰਨਾ ਰੌਲਾ ਪਾਉਂਦੇ ਹੋ, ਤੁਹਾਨੂੰ ਤਕਲੀਫ ਕੀ ਹੈ? ਇਹਦਾ ਜਵਾਬ ਇਹ ਜੇ, ਅਸੀਂ 5ਵੇਂ ਪਾਤਸ਼ਾਹ ਤੋਂ ਵੱਡੇ ਨਹੀਂ। ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਵੀ ਤੁਹਾਡਾ ਗੁਰੂ ਕੌਣ ਹੈ? ਤੇ ਗੁਰੂ ਨਾਨਕ ਨੇ ਆਖਿਆ ਜੀ, ਸ਼ਬਦ ਗੁਰੂ ਸੁਰਤ ਤੁਲ ਚੇਲਾ। ਗੁਰੂ ਅੰਗਦ ਸਾਹਿਬ ਨੇ ਆਖਿਆ, ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ। ਤਾਂ ਤੇ ਅੰਗਦ ਅੰਗ ਸੰਗ ਭਇਓ ਸਹਿਰ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ। ਗੁਰੂ ਅੰਗਦ ਦੇ ਮਹਾਰਾਜ ਨੇ ਇੱਕ ਸਾਨੂੰ ਬਹੁਤ ਵੱਡੀ ਦਾਤ ਦਿੱਤੀ। ਮੇਰੇ ਭੈਣਾਂ ਭਰਾ ਧਿਆਨ ਨਾਲ ਸੁਣਿਆ ਜੇ। ਅਸੀਂ ਜਿੱਥੇ ਵੀ ਜਾਂਦੇ, ਆਮ ਕਰਕੇ ਸਾਨੂੰ ਭੈਣਾਂ ਭਰਾ ਵੱਡੇ ਛੋਟੇ ਕਹਿੰਦੇ ਨੇ, ਗਿਆਨੀ ਜੀ ਮਨ ਨਹੀਂ ਜੁੜਦਾ। ਇਹ ਤੁਹਾਡਾ ਕਾਮਨ ਸਵਾਲ ਹੈ। ਮਨ ਜੋੜਨ ਦਾ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਜੋ ਕੁਝ ਬੋਲਦੇ ਆ ਨਾ, ਉਹਨੂੰ ਕੰਨਾਂ ਨਾਲ ਸੁਣਿਆ ਜਾਏ। ਅਸੀਂ ਬਹੁਤਾ ਜ਼ੋਰ ਦੂਜਿਆਂ ਨੂੰ ਸੁਣਾਉਣ ਤੇ ਲਾਉਣੇ ਤੇ ਆਪ ਸੁਣਦੇ ਨਹੀਂ। ਇਹ ਜਾਚ ਸਾਨੂੰ ਗੁਰੂ ਅੰਗਦ ਦੇ ਮਹਾਰਾਜ ਨੇ ਦੱਸੀ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ, ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ, ਗਾਵੋ ਸੱਚੀ ਬਾਣੀ। ਤੇ ਬਾਣੀ ਕਿਹੜੀ? ਬਾਣੀ ਤਾਂ ਕਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਪਰ ਇਧਰ ਆਵੇਗਾ ਕੌਣ, ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤਨ ਸਮਾਣੀ। ਜਿਹਦੇ ਤੇ ਉਹਦੀ ਨਿਗਾਹ ਹੋਵੇਗੀ, ਜਿਹਦੇ ਤੇ ਉਹਦੀ ਬਖਸ਼ਿਸ਼ ਹੋਵੇਗੀ, ਇਹ ਬਾਣੀ ਉਹਦੇ ਹਿਰਦੇ 'ਚ ਵਸੇਗੀ, ਬਾਕੀਆਂ ਦੇ ਹਿਰਦੇ 'ਚ ਨਹੀਂ ਜੇ ਵਸਣੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਸਾਨੂੰ ਆਖਿਆ, ਸਿੱਖੋ ਬਾਣੀ ਗੁਰੂ। ਇਹ ਨਹੀਂ ਆਖਿਆ ਬੰਦਾ ਗੁਰੂ। ਆ ਫੂਕਾਂ ਮਰਾਉਣ ਜਾਂਦੇ ਨੇ ਕਈ ਡੇਰਿਆਂ 'ਚ, ਮੈਂ ਬੜਾ ਹੈਰਾਨ ਹੁੰਦਾ। ਕਹਿੰਦੇ ਗਿਆਨੀ ਜੀ ਬਾਬਿਆਂ ਕੋਲ ਨਾਮ ਲੈਣ ਗਏ ਸਾਂ। ਉਹ ਤੁਹਾਡਾ ਬੇੜਾ ਗਰਕ ਹੋ ਰਿਹਾ। ਕੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਬਾਕੀ ਬਾਬੇ ਦੀਆਂ ਫੂਕਾਂ ਵੱਡੀਆਂ ਨੇ? ਕੀ ਕਲਗੀਧਰ ਪਾਤਸ਼ਾਹ ਦਾ ਸਿਧਾਂਤ ਛੋਟਾ ਹੈ? ਉਹਨਾਂ ਆਖਿਆ ਜੀ ਅੰਮ੍ਰਿਤ ਪੀਵੋ, ਇਹ ਨਹੀਂ ਆਖਿਆ ਫੂਕਾਂ ਮਰਾਵੋ। ਮੇਰਾ ਪਾਤਸ਼ਾਹ ਕਹਿੰਦਾ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਰੰਗ ਤਮਾਸ਼ਾ ਪੂਰਨ ਆਸਾ, ਕਬੇ ਨਾ ਵਿਆਪੇ ਚਿੰਤਾ। ਔਰ ਇਹ ਵੀ ਆਖਿਆ, ਪੀਵੋ ਪੌਲ ਖੰਡੇ ਧਾਰ। ਫੂਕਾਂ ਵਾਲੀ ਨਹੀਂ, ਪੀਵੋ ਪੌਲ ਖੰਡੇ ਧਾਰ।
होए जन्म सुहेला, वाहो वाहो गोबिंद सिंह आपे गुर चेला। ये मैं बेनती तां कीती है, कई बंदे कहते जी इन्हां राजनीतिक बंदियां ने अमृत बनाया, ना ना, धन गुरु अमरदास पातशाह दे वचन ने, पीवो अमृत सदा रहो हर रंग, जपियो सारग पानी, कहे नानक सदा गावो, ये सच्ची बाणी। गुरु रामदास पातशाह का फरमान है, बाणी गुरु, गुरु है बाणी, विच बाणी अमृत सारे, ते नाल आख्या गुरबाणी कह सेवक जन माने। जिहड़ी गुरबाणी कहदी है ना, ओनू सेवादार होके मन, परता गुरु नस्तारे, गुरु तेरी कल्याण करेगा। लेकिन आपां मनदे अपने मतलब दी, जिहड़ी गल सानू फिट है ना वो विचों कढ़ लेने आ, बाकी दे कहने दूजे करनगे। एक भरा रह गया, भरावा रब दा वास्ता तू जित छड़ दे, तू जित्या ते मैं हारिया, सज्जे खबे हो जा मेरे रब दा वास्ता ही, तेरे पैरों च मैं कहना ते कोल आके पग रख दियां, फिर बन जाएगा, फिर थली हो जू और रख देंगा थले। 10 साल कैटी इस पागली मैं लाई सी, चटकाया सी 1 मिनट में। ये नहीं मैं रफड़े वाला किरपा किया, पंजाब दी जेलां सारियां वेखियां ने, गुरु ने किरपा किया, क्योंकि अज दा जिहड़ा पंथ है ना, जिन्ना चिर जेल ना कड्ढी उन्ना चिर पंथ नहीं बनीदा। ये मैनू तुहाडे मेज ने इस पासे मेरी कथा टेढ़ी की, मेज ने, मैं हुण टकाने आवां। फिर असीं अपने मतलब की गल करदे हां। इतिहास लिखिया जे एक सिख होया भाई सुथरा, ये नाल एक होर विचार बाणी च आ गया। बाणी कहती ना को मूर्ख ना को सियाणा, वरते सब कुछ तेरा पाड़ा। अपने आप ना को कमला ते ना को सियाणा, जीदे ते वैगुरू कृपा कर दो, मूर्ख भी सियाणा, ते जीदे ते वैगुरू दी निगाह बदल दो, सियाणे भी मूर्ख हो जाते हैं। गुरमुखो 12 मूले की गल है, किसी दे घर बच्चा जम्मिया ते भाणा रब दा, ओहदा रंग अत काला ते जमदे दे दंद, ये साडा इतिहास है। किसी दे घर बच्चा पैदा, बच्चे दा रंग काला, जमदे दे दंद, ते मां प्यो ने सुट दिता भी ये बच्चा बड़ा कड़मा है, ते रब दी कृपा है ना, रब ने कौड़े रेठे वाल वेख्या ते मिठा हो गया। रब ने पत्थर नूं हथ लाया ते असीं कहने पंजाब सब गुरु का सिख, पाकिस्तान उस थां ते मत्था टेकण जांदा है। बच्चे दा रंग काला पर उहदे कर्म चिट्टे, मां प्यो सुट गए, ते गुरु हरगोबिंद सच्चे पातशाह माता भागपुरी ते कृपा करन उत्थे गए सन। घोड़े ते चढ़े ने, बच्चे दे रोण दी आवाज़ कन्नां च पई, ते कहण लगे विधि चंदा किसी बच्चे दे रोण दी आवाज़ करना चाहिए, ते वेख सज्जे खबे निगाह मारो, झाड़ियां दे विच निक्के निक्के पोतलियां विच कपड़ा बच्चा लपेट के सुटिया। सिख ने चुकिया ते कहण लगा जी बच्चा बड़ा कोथरा है। ये अपनी पंजाबी बोली आपां गंदे नूं कोथरा कहने आ। कहंदे जी बच्चा बड़ा कोथरा है। गुरु हरगोबिंद सच्चे पातशाह ने आख्या सिखा मैनू फड़ा, अपने हथां च लिया, ओदे मत्थे ते हथ फेर के आख्या भाई सिखा रब दा बनाए नूं कोथरा नहीं कहीदा, इहदा नाम सुथरा है। वो बच्चा जिन्हों मां प्यो भी सुट गए, ओदे पूरबले कर्म जागे, गुरु दे हाथ आया ते गुरु ने आख्या सुथरा। बाणी कहती जां को मुश्किल अत बने, ढोई कोई ना दे, लागू हुए दुश्मना साग पे भज खड़े, सबो भजे आसरा चूके सब असराओ, चित आवे उस पार ब्रह्म लगे न ततीवाओ। इतिहास कहता भी गुरु पातशाह महाराज ने नूं पालिया, समय दे नाल वो 10वें पातशाह तक उहदा शरीर कायम रहा। सुभाव बड़ा उहदा मजाकिया सी। आपां इहदे च टू दी पॉइंट गल लैनी है। हलवाई दे कोल गया ते कहण लगा मां भाई साहब बड़ेपा होने करके कमजोरी हो गई, तो गुरु गोबिंद सिंह हुक्म के मुताबिक मैनू रोजाना एक सेर खोए की मिठाई खवाया कर,
ਤੇ ਪੈਸੇ ਇਕੱਠੇ ਵਿਸਾਖੀ ਨੂੰ ਦੇ ਦਿਆਂਗੇ। ਕਹਿੰਦਾ ਨਾ ਕਲਗੀਧਰ ਦਾ, ਹੋਰ ਕਿਹਦਾ ਨਾਂ ਰੱਖਣਾ। ਗੁਰਮੁਖੋ ਦਿਵਾਲੀ ਤੋਂ ਮਠਿਆਈ ਖਾਣੀ ਸ਼ੁਰੂ ਕੀਤੀ। ਵਿਸਾਖੀ ਦਾ ਮੇਲਾ ਆ ਗਿਆ ਤੇ ਜਦੋਂ ਦੁਕਾਨਦਾਰ ਨੇ ਪੁੱਛਣ ਵੀ ਭਾਈ ਸਾਹਿਬ ਪੈਸੇ, ਕਹਿਣ ਲੱਗਾ ਤੈਨੂੰ ਇੱਕ ਵਾਰਾਂ ਕਿਹਾ ਵੀ ਇਕੱਠੇ ਥੋਕ ਹੀ ਦੇ ਦਿਆਂਗੇ। ਮੇਲੇ ਦੇ ਉੱਪਰ ਉਹ ਬਾਣੀਆਂ ਲਾਲ ਵਹੀ ਲੈ ਕੇ ਗਿਆ ਤੇ ਕਲਗੀਧਰ ਦਿਲਾਂ ਦੀਆਂ ਜਾਣਦਾ, ਕਹਿਣ ਲੱਗਾ ਸੇਠਾ ਅੱਜ 20 ਲੈ ਕੇ ਗੇੜੇ ਕਿਵੇਂ ਮਾਰੇ ਨੇ, ਕਦੇ ਅੱਗੇ ਨਹੀਂ ਆਇਆ। ਕਹਿੰਦਾ ਜੀ ਥੋੜੀ ਜੀ ਮਾਇਆ ਬਣਦੀ ਹੈ। ਹਜ਼ੂਰ ਕਹਿੰਦੇ ਸਾਡੇ ਵੱਲ। ਕਹਿੰਦਾ ਜੀ ਹਾਂ ਭਾਈ ਕਿਵੇਂ। ਕਹਿੰਦਾ ਜੀ ਦੀਵਾਲੀ ਤੋਂ ਭਾਈ ਸੁਥਰੇ ਨੇ ਆਪਣਾ ਖਾਤਾ ਖੋਲਿਆ ਤੁਹਾਡੇ ਨਾਂ ਤੇ ਰੋਜ਼ਾਨਾ ਇੱਕ ਖੋਏ ਦੀ ਮਠਿਆਈ ਖਾ ਕੇ ਉਹਦਾ ਨਾਗਾ ਕਦੇ ਨਹੀਂ ਜੇ ਪਾਇਆ। ਸੁਥਰਿਆ ਤੂੰ ਸਾਡਾ ਨਾਂ ਲਿਖਾਇਆ। ਕਹਿਣ ਲੱਗਾ ਜੀ ਬਹੁਤੀਆਂ ਗੱਲਾਂ ਨਾ ਕਰੋ, ਆਪਣੇ ਕੋਈ ਟਾਈਮ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ। ਕਲਗੀਧਰ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਭਲਿਆ ਆਪਾਂ ਨੂੰ ਤਾਂ ਗੁਰੂ ਕਾ ਇਹ ਸਿਧਾਂਤ ਦੱਸਦਾ ਵੀ ਨਾ ਕੋ ਬੈਰੀ ਨਾ ਹੈ ਬਗਾਨਾ ਸਗਲ ਸੰਗ ਹਮ ਕੋ ਬਣਾਈ। ਸਾਨੂੰ ਇਹ ਗੁਰੂ ਦਾ ਦਰ ਦੱਸਦਾ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ ਤੇ ਤੂੰ ਕਹਿਣਾ ਵੀ ਧੱਕੇ ਮਾਰ ਕੇ ਬਾਹਰ ਕੱਢ ਦਿਓ, ਪੈਸੇ ਨਹੀਂ ਦੇਣੇ। ਕਹਿੰਦਾ ਜੀ ਬਾਣੀ 'ਚ ਲਿਖਿਆ ਕੀਤੇ ਲੈ ਲੈ ਮੁਕਰ ਪਾਹੇ। ਕਲਗੀਧਰ ਬਾਪੂ ਹੱਸ ਪਿਆ ਤੇ ਕਹਿਣ ਲੱਗੇ ਅਗਲੀ ਪੰਕਤੀ ਪੜ੍ਹੀ, ਕੇਤੇ ਮੂਰਖਾ ਹੀ ਖਾਏ। ਕਹਿਣ ਲੱਗਾ ਜੀ ਇਹ ਦੂਜਿਆਂ ਨੂੰ ਦੇ ਦਿਓ ਤੇ ਇਹ ਮੈਨੂੰ ਦੇ ਦਿਓ। ਜਿਹੜੀ ਲੈ ਕੇ ਖਾਣ ਵਾਲੀ ਇਹ ਮੇਰੀ ਤੇ ਜਿਹੜੇ ਮੂਰਖਾਂ ਵਾਲੀ ਪੰਕਤੀ ਇਹ ਦੂਜਿਆਂ ਦੀ, ਇਹ ਸਾਡੀ ਆਪਣੀ ਪੋਜੀਸ਼ਨ ਹੈ। ਇਸ ਕਰ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਸਿੱਖਾ ਇੱਕ ਓਂਕਾਰ ਤੋਂ ਲੈ ਕਰਕੇ 18 10 20 ਤੱਕ ਜਿੰਨੀ ਬਾਣੀ ਇਹ ਅੰਮ੍ਰਿਤ ਰੂਪ ਤੇ ਸਾਰੀ ਬਾਣੀ ਤੇ ਵਿਸ਼ਵਾਸ ਰੱਖ। ਜਦੋਂ ਪੰਚਮ ਪਾਤਸ਼ਾਹ ਦਾ ਸਮਾਂ ਆਇਆ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਹੋਇਆ। ਆਪਣੇ ਸਿੱਖ ਪੰਥ ਵਿੱਚ ਇੱਕ ਮਹਾਂਪੁਰਸ਼ ਨੂੰ ਇਤਿਹਾਸ ਵਿੱਚ ਸਾਹਿਬ ਕਰਕੇ ਲਿਖਿਆ ਹੈ। ਅਸੀਂ ਆਮ ਕਰਕੇ ਸਤਿਕਾਰ ਨਾਲ ਸਿੰਘ ਸਾਹਿਬ ਨੂੰ ਕਹਿੰਦੇ ਆ, ਕਿਸੇ ਨੂੰ ਗਿਆਨੀ ਜੀ ਕਹਿ ਦਿੱਤਾ, ਕਿਸੇ ਨੂੰ ਭਾਈ ਸਾਹਿਬ ਕਹਿ ਦਿੱਤਾ, ਇਹ ਅਦਬ ਦੇ ਪ੍ਰਤੀਕ ਨੇ। ਲੇਕਿਨ ਇੱਕ ਸਿੱਖ ਬਾਬਾ ਬੁੱਢਾ ਆਇਆ ਜਿਹਨੂੰ ਗੁਰੂ ਮਹਾਰਾਜ ਨੇ ਸਾਹਿਬ ਕਰਕੇ ਸਤਿਕਾਰ ਦਿੱਤਾ, ਸਾਹਿਬ ਕਰਕੇ। ਉਥੇ ਲਿਖਿਆ ਬੁੱਢਾ ਸਾਹਿਬ ਖੋਲੋ ਗ੍ਰੰਥ, ਲੈ ਆਵਾਜ਼ ਸੁਣੇ ਸਭ ਪੰਥ, ਲੈ ਆਵਾਜ਼ ਬੁੱਢਾ ਤਾਂ ਬੋਲਾ, ਅਦਬ ਸਾਥ ਗ੍ਰੰਥ ਕੋ ਖੋਲਾ। ਕਹਿੰਦੇ ਸਤਿਕਾਰ ਨਾਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਕੀਤਾ। ਹੁਕਮਨਾਮਾ ਆਇਆ ਸੀ ਸਭ ਤੋਂ ਪਹਿਲਾਂ, ਸੰਤਾਂ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸ਼ਾਮ ਪਈ, ਮੈਂ ਬੇਨਤੀ ਕਰ ਰਿਹਾ ਗੁਰਬਾਣੀ ਦੇ ਅਦਬ ਦੀ। ਅਦਬ ਕਿੰਨਾ ਕਰਨਾ ਚਾਹੀਦਾ ਹੈ। ਰਾਤ ਪਈ, ਤੁਸੀਂ ਅਕਾਲ ਤਖਤ ਸਾਹਿਬ ਜਾਂਦੇ ਹੋ, ਜਿੱਥੇ ਅਸੀਂ ਮਹਾਰਾਜ ਦਾ ਸੁਖ ਆਸਨ ਕਰਦੇ ਹਾਂ ਨਾ, ਉਸ ਪਲੰਘੇ ਥੱਲੇ ਇੱਕ ਚਿੱਟੀ ਚਾਦਰ ਵਿਛੀ ਹੋਈ ਅੱਜ ਤੱਕ। ਉਹ ਰਸਮ ਨਹੀਂ, ਉਹ ਸਾਨੂੰ ਇਸ ਗੱਲ ਦਾ ਸੰਕੇਤ ਦਿੰਦੀ ਵੀ ਗੁਰੂ ਪੰਚਮ ਪਾਤਸ਼ਾਹ ਨੇ ਸਿੱਖੋ ਬਾਣੀ ਦਾ ਅਦਬ ਕਿਵੇਂ ਕੀਤਾ, ਤੁਸੀਂ ਕਿਵੇਂ ਕਰਨਾ ਹੈ। ਹੁਣ ਤਾਂ ਤੁਹਾਡੇ ਏਸੀ ਚੱਲਦੇ ਨੇ, ਜੇ ਏਸੀ ਬੰਦ ਹੋ ਜਾਣਾ ਤੇ ਬਹੁਤਿਆਂ ਨੇ ਕਹਿਣਾ ਵੀ ਗਿਆਨੀ ਲੱਗਾ, ਇਹਨੂੰ ਲੱਗਾ ਰਹਿਣ ਦਿਓ, ਬਾਹਰ ਗਰਮੀ ਬੜੀ, ਬਾਹਰ ਸੁਣ ਲਾਂਗੇ। ਪਰ ਭਾਦੋਂ ਦਾ ਮਹੀਨਾ, ਨਾ ਕੋਈ ਏਸੀ ਤੇ ਨਾ ਕੋਈ ਪੱਖਾ। 1604 ਵਿੱਚ ਪ੍ਰਕਾਸ਼ ਹੋਇਆ, 1606 ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦ ਹੋਏ ਨੇ। ਕੇਵਲ ਤੇ ਕੇਵਲ ਇੱਕ ਰਾਤ ਜਦੋਂ ਲਾਹੌਰ ਨੂੰ ਗਏ ਮਾਤਾ ਗੰਗਾ ਕੋਲ, ਉਹ ਰਾਤ ਗੁਰੂ ਕੇ ਮਹਿਲਾਂ ਚ ਰਹੇ। ਕਹਿਣ ਦਾ ਭਾਵ ਗੁਰੂ ਅਰਜਨ ਦੇਵ ਆਪ ਥੱਲੇ ਬਰਾਜਦੇ ਰਹੇ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਪਲੰਘੇ ਦੇ ਉੱਪਰ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਸਮਾਂ ਆਉਂਦਾ ਹੈ ਜਿਹਦੇ ਬਾਰੇ ਇਤਿਹਾਸਕਾਰਾਂ ਨੇ ਬੜਾ ਗਲਤ ਲਿਖਿਆ ਹੈ। ਇੱਕ ਸਰ ਜਾਦੂ ਨਾਲ ਸਰਕਾਰ ਹੋਇਆ, ਉਹ ਕਹਿੰਦਾ ਹੈ ਜਿਹੜੀ ਰੂਹਾਨੀਅਤ ਦੀ ਗੰਗਾ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਪ੍ਰਚਲਿਤ ਹੋਈ ਸੀ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਸਮੇਂ ਉਹ ਜੰਗਾਂ ਤੇ ਯੁੱਧਾਂ ਦਾ ਅਖਾੜਾ ਬਣ ਗਈ। ਇਹ ਸਰ ਜਾਦੂ ਨਾਲ ਸਰਕਾਰ ਦੀ ਮੈਂ ਲਿਖਤ 13ਵੀਂ ਜਮਾਤ ਵਿੱਚ ਖਾਲਸਾ ਕਾਲਜ ਪੜ੍ਹੀ, ਪਰ ਉਹ ਗਲਤ ਹੈ। ਕਿਉਂ?
ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਜੰਗ ਜਿੱਤਿਆ ਦੂਜਾ ਤੇ ਕਹਿਣ ਲੱਗੇ ਗੁਰਮੁਖੋ ਆਪਾਂ ਖੁਸ਼ੀ ਕਰਨੀ ਹੈ। ਅੱਜ ਆਪਾਂ ਖੁਸ਼ੀਆਂ ਕਰਦੇ ਹਾਂ ਗਾਉਣ ਵਾਲੀ ਤੇ ਗਾਉਣ ਵਾਲੀਆਂ ਵਾਲੇ ਲਿਆ ਕੇ। ਤੇ ਇੱਕ ਗੱਲ ਮੈਂ ਤੁਹਾਨੂੰ ਮਾਫੀ ਮੰਗ ਕਹਿਣ ਲੱਗਾ ਵੀ ਇਹ ਨਾ ਸਮਝਿਆ ਜੇ ਵਿਗਿਆਨੀ ਜੀ ਬੁਝਾਰਤਾਂ ਪਾਉਂਦੇ, ਮੈਨੂੰ ਬੁਝਾਰਤ ਪਾਉਣੀ ਨਹੀਂ ਆਉਂਦੀ। ਉਹ ਗਾਉਣ ਵਾਲੀ ਤੇ ਗਾਉਣ ਵਾਲੇ ਤੋਂ 500 ਦੇ ਨੋਟ ਵਾਰ-ਵਾਰ ਕੇ ਸੁੱਟਦੇ ਨੇ। ਦੱਸੋ ਵੀ ਉਹ ਭੂਆ ਦੀ ਧੀ ਲੱਗਦੀ ਹੈ ਜਾਂ ਮਾਮੇ ਦਾ ਪੁੱਤ ਹੈ? ਗੁਰੂ ਸਾਡੇ ਤੇ ਕਿਰਪਾ ਕਰੇ, ਅਸੀਂ ਮੱਸੇ ਰੰਗੜ ਦੀ ਔਲਾਦ ਨਾ ਬਣੀਏ, ਅਸੀਂ ਸੁੱਖਾ ਸਿੰਘ ਤੇ ਮਤਾਬ ਸਿੰਘ ਦੇ ਇਤਿਹਾਸ ਨੂੰ ਚੇਤੇ ਕਰੀਏ। ਗਾਉਣ ਵਾਲੀ ਲਾਈ ਸੀ ਮੱਸੇ ਰੰਗੜ ਨੇ, ਸੁੱਖਾ ਸਿੰਘ ਤੇ ਮਤਾਬ ਸਿੰਘ ਨੇ ਨਹੀਂ ਸੀ ਲਾਈ। ਉਹ ਲੰਮਾ ਇਤਿਹਾਸ, ਉਸ ਪਾਸੇ ਆਪਾਂ ਨਾ ਜਾਈਏ। ਕਹਿਣ ਲੱਗੇ ਗੁਰਮੁਖੋ ਆਪਾਂ ਖੁਸ਼ੀ ਕਰਨੀ ਹੈ, ਕੋਈ ਤੁਹਾਡੇ ਚੋਂ ਗੁਰੂ ਕਾ ਲਾਲ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਵੇ। ਅਸੀਂ ਸਾਰੇ ਆਮ ਬੋਲੀ ਚ ਕਹਿੰਦੇ ਜਪਜੀ ਸਾਹਿਬ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੈ, ਤੁਸੀਂ ਧਿਆਨ ਨਾਲ ਜਾ ਕੇ ਤਦਕਰੇ ਤੋਂ ਪੜ੍ਹ ਲਓ। ਉੱਥੇ ਲਿਖਿਆ ਜਪ ਨਿਸ਼ਾਨ, ਜਪਜੀ ਨਹੀਂ ਲਿਖਿਆ। ਇਹਦਾ ਭਾਵ ਹੈ ਸਿੱਖਾ ਇਹ ਜਪ ਗੁਰੂ ਕਾ ਹੁਕਮ ਹੈ ਤੇ ਜਪਜੀ ਆਪਾਂ ਤਾਂ ਕਹਿੰਦੇ ਵੀ ਇਹਨੂੰ ਜੀ ਕਰਕੇ, ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਫਰਾਮ ਦੀ ਕੋਰ ਆਫ ਹਾਰਟ, ਇਹਨੂੰ ਦਿਲ ਦੀ ਤਹਿ ਤੋਂ ਪੜ੍ਹਨਾ ਕਰ। ਇੱਕ ਮੈਂ ਉੱਚੀ ਬਾਵਾਂ ਨਾਲ ਥਾਂ ਥਾਂ ਤੇ ਗੱਲ ਕਰਦਾ, ਜਿੱਥੇ ਜਪਜੀ ਹੈ ਉਥੇ ਪਰੇਸ਼ਾਨੀ ਨਹੀਂ, ਤੇ ਜਿੱਥੇ ਪਰੇਸ਼ਾਨੀ ਉਥੇ ਜਪਜੀ ਨਹੀਂ ਜੋੜਨਾ। ਇਹ ਦੇਸੀ ਫਾਰਮੂਲਾ ਮੈਂ ਪਿੰਡੂਗਾ, ਮੈਨੂੰ ਬਹੁਤਾ ਡੂੰਘਾ ਗਿਆਨ ਨਹੀਂ ਆਉਂਦਾ। ਜਿੱਥੇ ਪਰੇਸ਼ਾਨੀ ਹੈ ਉਥੇ ਜਪਜੀ ਨਹੀਂ, ਤੇ ਜਿੱਥੇ ਜਪਜੀ ਹੈ ਉਥੇ ਪਰੇਸ਼ਾਨੀ ਨਹੀਂ। ਸਾਡੇ ਕੋਲ ਇੱਕ ਉਦਾਹਰਨ ਹੈ, 75 ਸਾਲ ਦਾ ਦਮਦਮੀ ਟਕਸਾਲ ਦਾ ਪਹਿਲਾ ਜਥੇਦਾਰ ਬਾਬਾ ਦੀਪ ਸਿੰਘ। ਬਾਬੇ ਦੀ 75 ਸਾਲ ਉਮਰ ਹੋਈ ਹੈ, 82 ਵਿੱਚ ਉਹਨਾਂ ਦਾ ਜਨਮ ਹੋਇਆ ਤੇ 57 ਵਿੱਚ ਸ਼ਹੀਦ ਹੋਏ ਨੇ। ਉਹਨੇ ਅਰਦਾਸ ਕੀਤੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਰਬਾਰ ਵਿੱਚ, ਮਹਾਰਾਜ ਮੈਨੂੰ ਪਤਾ ਲੱਗਾ ਵੀ ਗੁਰੂ ਰਾਮਦਾਸ ਦੇ ਦਰਬਾਰ ਦੀ ਬੇਅਦਬੀ ਹੋ ਰਹੀ ਹੈ, ਮੈਥੋਂ ਜਰਿਆ ਨਹੀਂ ਜਾਂਦਾ, ਮੇਰੇ ਤੇ ਕਿਰਪਾ ਕਰੀ, ਉਹ ਬੇਅਦਬੀ ਰੁਕ ਜਾਏ ਤੇ ਮੁੜ ਕੇ ਮੈਂ ਤੇਰਾ ਬਖਸ਼ਿਆ ਸੀਸ ਭੇਟ ਕਰਕੇ ਤੇਰੀ ਖੁਸ਼ੀ ਲੈ ਕੇ ਦੁਨੀਆ ਤੋਂ ਜਾਵਾਂ। ਆਪਾਂ ਤਾਂ ਲੰਮੀ ਉਮਰ ਦੀਆਂ ਦਾਸਾਂ ਕਰਦੇ ਆ ਨਾ। ਉਹ ਕਹਿੰਦਾ ਮੇਰੀ ਇੱਕੋ ਇੱਕ ਅਰਦਾਸ ਬੇਨਤੀ ਮੇਰੇ ਮਾਲਕਾ, ਮੈਂ ਤੇਰੇ ਗੁਰੂ ਦਰਬਾਰ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦਾ ਤੇ ਮੈਂ ਉਹਨਾਂ ਚਿਰ ਸਰੀਰ ਨਹੀਂ ਛੱਡਣਾ ਜਿੰਨਾ ਚ ਉਸ ਥਾਂ ਤੋਂ ਦੁਸ਼ਟਾਂ ਨੂੰ ਕੱਢ ਨਾ ਦਿਆਂ। ਆਪਾਂ ਤਾਂ ਇਹ ਗੱਲ ਕਹਿੰਦੇ ਵੀ ਚਾਹੇ ਮੈਂ ਮਰ ਜਾਵਾਂਗਾ ਤੇ ਚਾਹੇ ਆਹ ਕੰਮ ਹੋ ਜਾਏਗਾ। ਉਹ ਕਹਿੰਦਾ ਮੈਂ ਨਹੀਂ ਉਹਨਾਂ ਚਿਰ ਸਰੀਰ ਛੱਡਣਾ। ਸੀਸ ਕੱਟਿਆ ਗਿਆ ਤੇ ਕੋਲੋਂ ਬਾਬੇ ਬਲਵੰਤ ਸਿੰਘ ਨੇ ਆਖਿਆ, ਬਾਬਾ ਜੀ ਤੁਸੀਂ ਅਰਦਾਸ ਕੀ ਕੀਤੀ ਸੀ ਤੇ ਗੱਲ ਵਿਗੜ ਗਈ। ਕਹਿੰਦੇ ਭਲਿਆ ਬਲਵੰਤ ਸਿੰਘ ਜੇ ਵਿਗੜਿਆ ਵੀ ਕੀ ਹੈ, ਸੀਸ ਕੱਟਿਆ ਗਿਆ ਤੇ ਕਹਿੰਦਾ ਅਜੇ ਵਿਗੜਿਆ ਵੀ ਕੀ ਹੈ, ਇਹ ਤਾਕਤ ਦੇ ਜਪਜੀ ਸਾਹਿਬ ਦੀ। ਮਤੀ ਦਾਸ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਾਹਮਣੇ ਬੈਠਾ ਹੈ, ਜਲਾਦ ਆਰਾ ਲੈ ਕੇ ਆਇਆ ਤੇ ਭਾਈ ਮਤੀ ਦਾਸ ਨੇ ਆਖਿਆ ਮਿੱਤਰਾ ਚ ਮੁਕਾਬਲਾ ਆਰੇ ਦਾ ਤੇ ਬਾਣੀ ਦਾ। ਹੈਰਾਨ ਹੋ ਗਿਆ, ਕਹਿਣ ਲੱਗਾ ਕਿਵੇਂ? ਕਹਿੰਦਾ ਤੂੰ ਆਰੇ ਨੂੰ ਤਿੱਖਿਆਂ ਕਰ ਲਾ, ਮੈਂ ਆਪਣੇ ਗੁਰੂ ਕੋਲੋਂ ਕਿਰਪਾ ਲੈ ਕੇ ਤੇ ਆਪਣੇ ਆਪ ਨੂੰ ਤਿੱਖਾ ਕਰ ਲਾਂ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਪਿੰਜਰੇ ਵੱਲ ਉਹਨੇ ਹੱਥ ਜੋੜ ਕੇ ਅਰਦਾਸ ਕੀਤੀ। ਆਪਾਂ ਸਿੱਖ ਹਾਂ, ਜੇ ਕੋਈ ਤੁਹਾਨੂੰ ਪੁੱਛੇ ਵੀ ਭਾਈ ਸਾਹਿਬ ਤੁਸੀਂ ਸਿੱਖ ਹੋ ਤੇ ਸਾਰੀ ਗੁਰਬਾਣੀ ਦਾ ਨਿਚੋੜ ਕੀ ਹੈ, ਤੇ ਮੈਂ ਗੁਰਮੁਖੋ ਜੋ ਹੁਣ ਤੱਕ ਸਮਝਿਆ ਨਾ, ਦਾਵਾ ਨਹੀਂ, ਜੋ ਸਮਝਿਆ ਉਹ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ। ਤੂੰ ਇੱਕ ਨਾਲ ਜੋੜ, ਤੇਰੇ ਤੇ ਗੁਰੂ ਕਿਰਪਾ ਕਰੇਗਾ। ਜਿਹਦੇ ਤੇ ਗੁਰੂ ਦੀ ਕਿਰਪਾ ਹੋ ਗਈ ਉਹਦੇ ਤੋਂ ਬਾਅਦ ਗੁਰਮੁਖੋ ਆਪਾਂ ਨੂੰ ਕੋਈ ਚਾਹੀਦਾ ਹੀ ਨਹੀਂ। ਸਾਡੇ ਧਰਮ ਵਿੱਚ ਸਭ ਤੋਂ ਕੀਮਤੀ ਚੀਜ਼ ਹੈ ਗੁਰਪ੍ਰਸਾਦ। ਮੈਂ 68 ਵਿੱਚ ਇੱਕ ਮੁਸਲਮਾਨ ਬਜ਼ੁਰਗ ਦੇ ਕੋਲੋਂ ਸ਼ੇਰ ਸੁਣਿਆ, ਮੈਨੂੰ ਅੱਜ ਤੱਕ ਉਹਦਾ ਨਾਂ ਵੀ ਚੇਤੇ ਤੇ ਸ਼ੇਰ ਵੀ। ਬੜੇ ਕੀਮਤੀ ਬੋਲ ਸਨ। ਉਹ ਕਹਿੰਦਾ ਰੱਬਾ ਤੂੰ ਨਾ ਕਰੇ ਤੇ ਕਰੇ ਕਿਹੜਾ, ਮੇਰੀਆਂ ਸਭ ਜ਼ਰੂਰਤਾਂ ਪੂਰੀਆਂ ਨੂੰ
ਲੋਕੀ ਤੱਕਦੇ ਮੇਰੇ ਗੁਨਾਹ ਵਾਲੇ, ਮੈਂ ਤੱਕਦਾ ਰਹਿਮਤਾਂ ਤੇਰੀਆਂ ਨੂੰ। ਰਹਿਮਤ ਨਾਮ ਜੀ ਕਿਰਪਾ ਦਾ। ਕਹਿੰਦਾ ਰੱਬਾ ਤੇਰੇ ਤੋਂ ਬਿਨਾਂ ਮੇਰੀਆਂ ਲੋੜਾਂ ਪੂਰੀਆਂ ਕੌਣ ਕਰੇਗਾ? ਲੋਕੀ ਮੇਰੇ ਗੁਨਾਹ ਵੇਖਦੇ ਨੇ, ਮੈਂ ਤੇਰੀ ਰਹਿਮਤ ਵੇਖਣਾ ਹਾਂ। ਭਾਈ ਮਤੀ ਦਾਸ ਨੇ ਅਰਦਾਸ ਕੀਤੀ, ਜਲਾਦ ਨੇ ਸਿਰ ਤੇ ਆਰਾ ਰੱਖਿਆ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਪੌੜੀ ਤੇ ਪਾਠ ਆਇਆ, ਸਰੀਰ ਤੋਂ ਫਾੜ ਹੋ ਗਿਆ ਪਰ ਬਾਣੀ ਨਹੀਂ ਜੇ ਰੁਕੀ। ਤਾਕਤ ਕਿਹਦੀ ਹੈ? ਜਪਜੀ ਸਾਹਿਬ ਦੀ। ਮੇਰੇ ਪਿੰਡ ਤੋਂ 14 ਮੀਲ ਪਿੰਡ ਹੈ ਪੂਲੇ, ਉਥੋਂ ਦਾ ਗੱਭਰੂ 25 ਸਾਲ ਦਾ ਭਾਈ ਤਾਰੂ ਸਿੰਘ, ਉਹ ਕਹਿਣ ਲੱਗਾ ਤੂੰ ਮੇਰੇ ਕੇਸਾਂ ਦੇ ਉਲਟ ਬੋਲਿਆ, ਇਹ ਕੇਸ ਮੇਰੇ ਗੁਰੂ ਦੀ ਮੋਹਰ ਨੇ। ਮਿੱਤਰਾ ਮੈਂ ਤੈਨੂੰ ਜੁੱਤੀ ਦੇ ਅੱਗੇ ਲਾ ਕੇ ਅੱਗੇ ਖੜਨਾ ਹੀ। ਤੂੰ ਮੇਰੇ ਗੁਰੂ ਦੀ ਮੋਹਰ ਦੀ ਨਿੰਦਿਆ ਕੀਤੀ ਹੈ। ਤੂੰ ਲਫ਼ਜ਼ ਕਿਹਾ ਵੀ ਤੇਰੇ ਕੇਸਾਂ ਨੂੰ ਮੈਂ ਜੁੱਤੀਆਂ ਨਾਲ ਮੁੰਨਾਂਗਾ। ਕੇਸ ਮੁੰਨਣ ਦੀ ਤੇਰੀ ਤਾਕਤ ਨਹੀਂ, ਪਰ ਇੱਕ ਮੇਰੀ ਗੱਲ ਚੇਤੇ ਰੱਖੀ, ਮੈਂ ਤੈਨੂੰ ਛਿੱਤਰਾਂ ਦੇ ਨਾਲ ਅੱਗੇ ਖੜਨਾ ਹੀ। ਅੱਜ ਦਾ ਮੈਡੀਕਲ ਸਾਇੰਸ ਕਹਿੰਦੀ ਵੀ ਬੰਦੇ ਦਾ 3 ਘੰਟੇ ਖੂਨ ਚੱਲ ਜੇ, ਭਾਵੇਂ ਉਂਗਲ ਕੱਟੀ ਜਾਏ ਭਾਵੇਂ ਬਾਂਹ ਕੱਟੀ ਜੋ, ਬੰਦੇ ਦੀ ਮੌਤ ਹੋ ਜਾਂਦੀ ਹੈ। ਲੇਕਿਨ ਗੁਰਮੁਖੋ 22 ਦਿਨਾਂ ਤੋਂ ਬਾਅਦ ਜਦੋਂ ਜਗਰੀਆ ਖਾਂ ਦੇ ਸਿਰ ਤੇ ਜੁੱਤੀਆਂ ਵੱਜੀਆਂ, ਪਿਸ਼ਾਬ ਆਇਆ ਤੇ ਕਹਿਣ ਲੱਗਾ ਗੁਰਮੁਖੋ ਮੇਰਾ ਮਤਲਬ ਪੂਰਾ ਹੋ ਗਿਆ, ਲਿਆਓ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੀਏ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਗੁਰਮੁਖੋ ਇੱਕ ਸੂਰੀ ਗੁਰਮੁਖ ਪਿਆਰਾ, ਇੱਕ ਮੱਦਰ ਪਿੰਡ ਦਾ ਲੱਛੀ ਰਾਮ ਹੋਇਆ, ਇੱਕ ਸੂਰਜ ਸਿੰਘ ਸੋਰੀ ਹੋਇਆ। ਉਹਨਾਂ ਗੁਰਮੁਖਾਂ ਨੇ ਭਾਈ ਸਾਹਿਬ ਦੇ ਸਾਹਮਣੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ। ਭਾਈ ਤਾਰੂ ਸਿੰਘ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਨਾਨਕ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਪਾਨ ਕਰਕੇ ਅਰਦਾਸਾ ਸੋਧ ਕੇ ਸਰੀਰ ਛੱਡ ਗਿਆ। ਇਹ ਜੇ ਜਪਜੀ ਦੇ ਪਾਠ ਦੀ ਤਾਕਤ ਜੇ ਮੈਂ ਸ਼ਾਮ ਤੱਕ ਲੱਗਾ ਰਵਾਂ ਨਾ ਤੇ ਇਹ ਸਾਰੀ ਵਿਆਖਿਆ ਹੋਣੀ ਅਸੰਭਵ ਹੈ। ਕਹਿੰਦੇ ਗੁਰਮੁਖੋ ਆਪਾਂ ਖੁਸ਼ੀ ਕਰਨੀ ਹੈ, ਤੁਹਾਡੇ ਚੋਂ ਕੋਈ ਗੁਰੂ ਕਾ ਲਾਲ ਹੈ ਜਿਹੜਾ ਜਪਜੀ ਸਾਹਿਬ ਦਾ ਪਾਠ ਸੁਣਾਵੇ? ਜੋ ਪਾਠ ਦੀ ਗੱਲ ਕਰੀਦੀ ਹੈ ਨਾ, ਆ ਕਈ ਵਾਰ ਜਦੋਂ ਸੰਗਰਾਂਦ ਹੁੰਦੀ ਹੈ, ਦਿਨ ਦਿਹਾੜ ਹੁੰਦਾ ਨਾ, ਤੇ ਆਪਾਂ ਅੱਗੇ ਬੈਠੇ ਨੂੰ ਬਾਬਾ ਪ੍ਰਸ਼ਾਦ ਬਣਾਓ ਤੇ ਆਪਾਂ ਕਹਿੰਦੇ ਬਾਬਾ ਜੀ ਮੰਮੀ ਅੰਮ੍ਰਿਤ ਛਕਿਆ, ਮੈਨੂੰ ਪੰਜਾਂ ਦੀ ਦੇਗ ਦੇ ਦਿਓ। ਦੇਣੀ ਚਾਹੀਦੀ ਹੈ। ਇਹਦੇ ਨਾਲ ਮੈਂ ਹੋਰ ਬੇਨਤੀ ਕਰਾਂ, ਇੱਕ ਸਾਡੇ ਗਲਤ ਰਿਵਾਜ ਚੱਲ ਪਿਆ ਹੈ, ਜਿਹੜੇ ਪ੍ਰਸ਼ਾਦ ਵਰਤਾਉਣ ਵਾਲੇ ਵੀਰ ਨੇ ਨਾ, ਉਹ ਪੰਜਾਂ ਦੇ ਛਾਂਦੇ ਕੱਢ ਕੇ ਮੁੜ ਕੇ ਰਲਾ ਦਿੰਦੇ ਨੇ। ਇਹ ਮਨਮਤ ਹੈ, ਇਹ ਗਲਤ ਹੈ। ਜੇ ਆਪਾਂ ਲਾਉਣੇ ਤੇ ਕੱਢਣ ਦਾ ਕੀ ਮਤਲਬ ਹੈ? ਪੰਜ ਸਿੰਘ ਕੋਈ ਵੀ ਹੋਣ, ਉਹਨਾਂ ਨੂੰ ਬਿਨਾਂ ਕਿਸੇ ਭਿੰਨ ਭੇਦ ਤੋਂ ਪ੍ਰਸ਼ਾਦ ਵਰਤਾਉਣਾ ਚਾਹੀਦਾ, ਕਿਉਂਕਿ ਇਹ ਮਰਿਆਦਾ ਗੁਰੂ ਪਾਤਸ਼ਾਹ ਦੇ ਸਮੇਂ ਤੋਂ ਆਰੰਭ ਹੋਈ, ਤੇ ਜੇ ਆਪਾਂ ਵਰਤਾਉਣੋਂ ਅੜ ਗਏ ਤੇ ਹੌਲੀ ਹੌਲੀ ਇਹ ਕੰਮ ਖਤਮ ਹੋ ਜਾਏਗਾ। ਆਪਾਂ ਕਹਿੰਦੇ ਆ ਭਾਈ ਬਾਬਾ ਜੀ ਦਾਸ ਨੇ ਵੀ ਅੰਮ੍ਰਿਤ ਛਕਿਆ, ਗੱਫਾ ਦੂਰਾ ਦਿਓ, ਤੇ ਉਹ ਕਹਿੰਦੇ ਨੇ ਵੀ ਬੜਾ ਬਾਬਾ ਜੀ ਬੜਾ ਚੰਗਾ ਹੋਇਆ ਵੀ ਅੱਜ ਦੁਪਹਿਰੇ ਅੰਮ੍ਰਿਤ ਸੰਚਾਰ ਹੋਣਾ ਤੇ ਪੰਜਾਂ ਪਿਆਰਿਆਂ ਵਿੱਚ ਇੱਕ ਸਿੰਘ ਸਾਡਾ ਆਇਆ ਨਹੀਂ ਘੜਦਾ, ਤੇ ਤੁਸੀਂ ਸੇਵਾ ਕਰੋ। ਕਹਿੰਦਾ ਮੈਂ ਢਿੱਲਾ ਮੱਠਾ। ਜਦੋਂ ਪੰਜਾਂ ਦੀ ਦੇਗ ਲੈਣੀ ਉਦੋਂ ਤੰਦਰੁਸਤ, ਜਦੋਂ ਆਖਿਆ ਨਾ ਪੰਜਾਂ 'ਚ ਲੱਗ ਤੇ ਜਪਜੀ ਸਾਹਿਬ ਦਾ ਪਾਠ ਕਰੀ, ਕਹਿੰਦਾ ਢਿੱਲਾ ਮੱਠਾ ਸਾਡੀ ਆ ਸਿੱਖੀ ਰੇ। ਜੇ ਕੜਾਹ ਪ੍ਰਸ਼ਾਦ ਲਈ ਕਾਇਮ ਹੈ ਨਾ ਤੇ ਬਾਣੀ ਲਈ ਵੀ ਢਿੱਲਾ ਮੱਠਾ ਨਾ ਹੋ, ਕਿਉਂਕਿ ਤਾਕਤ ਬਾਣੀ ਦੀ ਹੈ, ਬੰਦੇ ਵਿੱਚ ਕੋਈ ਤਾਕਤ ਨਹੀਂ। ਕਹਿਣ ਲੱਗੇ ਗੁਰਮੁਖਾ, ਉਹਦਾ ਨਾਂ ਸੀ ਭਾਈ ਗੋਪਾਲਾ। ਗੱਲ ਚੱਲੀਏ ਤੁਹਾਡੇ ਬੈਂਚ ਤੋਂ ਵੀ ਸਾਡੇ ਗੁਰੂ ਸਾਹਿਬਾਨਾਂ ਨੇ ਅਦਬ ਕੀਤਾ, ਸਾਨੂੰ ਕਰਨਾ ਚਾਹੀਦਾ ਹੈ। ਦੀਨ ਦੁਨੀਆ ਦਾ ਮਾਲਕ ਉਹ ਗੁਰੂ ਅਰਜਨ ਸੱਚੇ ਪਾਤਸ਼ਾਹ ਜਿਹਨੇ ਅਕਾਲ ਤਖਤ ਬਣਾਇਆ। ਅਕਾਲ ਤਖਤ ਦੁਨੀਆ ਦੇ ਬੜੇ ਤਖਤ ਨੇ, ਹਰ ਮੁਲਕ ਦੇ ਵਿੱਚ ਰਾਜ ਭਾਗ ਹੈ ਕਿਸੇ ਨਾ ਕਿਸੇ ਦਾ। ਗੁਰਮੁਖੋ ਰਾਤ ਨੂੰ ਉਹਨਾਂ ਰਾਜਿਆਂ ਦੇ ਝੰਡੇ ਨੀਵੇਂ ਹੋ ਜਾਂਦੇ, ਲਹਿ ਜਾਂਦੇ ਹਨ। ਬਾਹਰ ਦਾ ਤਾਂ ਪਤਾ ਨਹੀਂ, ਸਾਡੇ ਆਮ ਕਰਕੇ ਗੱਭਰੂ ਆ ਬਾਗੇ ਟਾਰੀ ਬਾਗਰ ਤੇ ਜਾਂਦੇ ਨੇ, ਰਾਤ ਨੂੰ ਝੰਡਾ ਲਹਿੰਦਾ ਵੇਖਣ, ਤੇ ਮੈਂ ਕਹਿੰਦਾ ਨਾ ਭੋਲਿਓ, ਝੰਡਾ ਚੜ੍ਹਦਿਆਂ ਵੇਖੀਦਾ, ਲਹਿੰਦਿਆਂ ਨਹੀਂ ਵੇਖੀਦਾ। ਝੰਡਾ ਲੈਣਾ ਬਦਕਿਸਮਤੀ ਹੈ ਤੇ ਝੰਡਾ ਚੜ੍ਹਨਾ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਪਰ ਪਤਾ ਨਹੀਂ ਸਾਨੂੰ ਕੀ ਅਗਰ ਲਹਿੰਦਾ ਝੰਡਾ ਵੇਖਦੇ ਨੇ। ਦੁਨੀਆ ਦੇ ਝੰਡੇ ਲੈ ਜਾਂਦੇ ਨੇ, ਲੇਕਿਨ ਅਕਾਲ ਤਖਤ ਦਾ ਝੰਡਾ ਨਾ ਕੋਈ ਲਾ ਸਕਦਾ ਤੇ ਨਾ ਕੋਈ ਲਾ ਸਕੇਗਾ, ਕਿਉਂਕਿ ਰੱਬ ਦਾ ਝੰਡਾ ਰੱਬ ਕੱਲ ਵੀ ਸੀ, ਰੱਬ ਅੱਜ ਵੀ ਹੈ, ਰੱਬ ਕੱਲ ਵੀ ਹੋਵੇਗਾ। ਕਿਹੜਾ ਰੱਬ? ਜਿਹਦਾ ਅਸੀਂ ਰੋਜ਼ਾਨਾ ਜਾਪ ਕਰਦੇ ਆਦ ਸੱਚ
जुगाद सच है भी सच, नानक होसी भी सच। वो सच का झंडा किसी लीडर का झंडा नहीं। तो जे कोई लीडर समझदा ना मेरा है, तो झंडियां ओहदियां भी उड़ जानियां जे। कईयां नूं भुलेखा भी शायद मेरा झंडा है, वो झंडियां झुंडियां नहीं रहनियां। ये झंडे का लाउण का 5 वेरा यतन होया जे, 5 वेरा। जिन्ना 5 वेरा यतन किया मैं गिनती भुल सकदा, शायद 186 दिन ने या 83 दिन ने। पंजां दा झटका इक्के टाइम ते होया जे। जाके इतिहास पढ़ लेना, साल नहीं जे पूरा होया, तुसीं इंदिरा दे दिन गिन लिया जे, ते बाकियां ते उन्हें फिट कर ले गए, वो भी इन्ने दिन बाद मरे होणगे। अकाल तख्त दा झंडा अज भी झुलदा है, पर बीबी नूं भुलेखा पै गया, ओहदियां झंडियां पाड़ घटियां भाई बेअंत सिंह ते सतवंत सिंह ने। इस करके वो झंडे नाल जुड़ो। निक्कियां निक्कियां झंडियां दे मगर फिर के ना कि फलाना लीडर मेरे घर चरण पाए, आ लीडर वोटां पैणगियां ना, ते इवें कहणगे मैं आख्या भी ताई नूं मिल चलीए, फुੱਫੜ नूं मिल चलीए। वोटां पैंदियां ते ना ताई चेते आउंदे ना फुੱਫੜ चेते आउंदा। चंडीगढ़ तो 5 साल नहीं जे मुड़दे। उन्हां नकली बंदियां कोल बचो, वो सरकार दे नाल रहो जिहदी सरकार सदीवी है। वो कौन जे? गुरु ग्रंथ सच्चे पातशाह महाराज। भाई गोपाला जपजी साहब का पाठ करता है, ते मन का सुभाव है, कबहू जीड़ा उब चढ़त है, कबहू जाए प्याले, लोभी जीड़ा थिर न रहत है, चारे कूंटा पाले। एदी वेदांत विच मैं अपने चाचे को कथा पढ़ी है, मन की अवस्था। वो कहते चल दल पत्र पताक पट, दामन कश्यप मात, भूत दीप दीपक सिखा, यौ मिन बिरख अनाथ। मन की अवस्था इन्हां 5 चीज़ों वर्गी कितना। पिपल के पत्ते की करूमड़ी तुसीं किसी मौके वेखना हिलदी रह गई, भावें किन्नी हवा घट होवे। दीवे की लाड़ कंबदी है। इसे प्रकार निशान साहब का फर्रा हिलदा है। कच्छू कुम्मे की सिरी हिलदी रहिंदी है। भू ते मूँह चों निकली अग स्टेबल नहीं कहते। इस प्रकार मनुखी मन का सुभाव है। कदे ये रुपये के बेईमान ते कदे लख की परवाह भी नहीं करता। वो बंदा जिन्होंने गुरु पातशाह ने आख्या भाई जपजी साहब का पाठ सुना, बड़ा कागज च धो के पाठ किया, ते सतगुरु पातशाह कहते भी इनू ओहरी चीज नहीं जिहदी कोई कीमत ना होवे। उधर साडा मन डोलिया सिख दा, क्योंकि एक सुभागे नाम का सिख इत्थे असीं 11,000 रुपया चढ़ाइए ना, 11,000 ते एवें आवाज मार कहणगे ज्ञानी जी आ माड़ा जे लागे आया जे कि दास ने 11,000 भेड़ा किया, भी जिवें गुरु पता नहीं की ग्रांट दे दी भी तू 11,000 रुपया की किड्डा ग्रांट दे दी है। किते अपने इतिहास वाल वेख, इतिहास पढ़िया कर। वो जमाने की गल जो 6वें पातशाह सन, सुभागे नाम के सिख ने 5 घोड़े ते 5 घाटियां गुरु पातशाह नूं भेंट कीतियां, जिन्हां दी कीमत 1.25 लाख साडे इतिहास में लिखी हुई है। इतिहास मैं नहीं बनाया, वडेरियां ने लिखा। 1.25 लाख की काठी ते घोड़ा, 5 घोड़े कल्ले सिख ने भेंट किए। उन्हां चों एक घोड़ा गुरु पातशाह ने बाबा गुरदत्ता जी नूं दे दिता, एक बाबा विधि चंद नूं दे दिता, एक आप लै लिया। और इसे तरह अजे एक घोड़ा बचता है, तो कहन लगा जे गुरु पातशाह मैनूं वो घोड़ा दे देन ते गल बन जाए। जदों भोग पिया ना, ते गुरु हरगोबिंद सच्चे पातशाह ने जफ्फी पा के लाड़ किया, मत्था चुमिया, कहंदे भाई गुरमुखा सदके तेरी मां दे गोपालिया, सदके तेरे पिता दे जिन्हां तेरे वर्गे गुरमुख नूं जन्म दिता, पर पुत्रा एक निगाह जिहा तेरे ते गिला है। आपां सारे पंजाबी च कहने गुस्सा ते गिला। गुस्सा हुंदा दुश्मन दे उपर ते गिला हुंदा अपने उपर। अपने सगियां दे घर विआह हुंदा है ना, ते मुठ वाले लड्डू देंदे ने, ते किसी कारण करके लागी वो लड्डू देने भुल जाए, ते जदों सानू मौका मिलदा ना, आपां कहने ताया तेरे ते गिला, साडे वास्ते 2 लड्डू मुक गए, बाजारों लै सकते हैं ना, पर गिला उन्हें सानू अपना नहीं जानिया। इस गल का गुस्सा दुश्मन से। सतगुरु पातशाह कहने लगे भाई गोपालिया तेरे ते गिला
क्योंकि जपजी साहब के पाठ की कीमत तू एक घोड़ा ते काठी पा दी। तेनू भुल गया तू गुरबाणी का बोध रखदा है, तेनू भुल गया बाणी दियां पंक्तियां, साईं नाम अमोल कीमना कोई जान दो, जिन्ना भाग मथाहे से नानक हब रंग मान दो। ये परमात्मा का नाम बकीमता है, ते गुरमुखा इहदी कीमत नहीं पाई जा सकती। अमुल गुण अमुल व्यापार, अमुल व्यापार के अमुल भंडार। चरनां ते डिग पिया। साडी पुरानी भाषा दे विच एक लफ्ज़ सी झूंगा, पता नहीं हुण दी पीढ़ी नूं चेते कि नहीं चेते। मां प्यो ने कहना भी जा दुकान तो खंड लिया, ते 14 आनियां दी सेर खंड आउणी। मैं वेखी अपने जमाने 14 आनियां दी, ते खंड लैके ते मुड़ के कहना बापू झूंगा वो फ्री च हुंदा सी, उहदी कीमत कोई नहीं सी हुंदी। 14 आने दिते ते 14 आनियां दी किलो खंड लै ली। उदों सेल हुंदे सन, लेकिन झूंगा फ्री च हुंदा सी। गुरु हरगोबिंद सच्चे पातशाह कहण लगे, पुत्रा जपजी साहब के पाठ की कोई कीमत नहीं, पर असीं तेरियां 21 कुलां झूंगे दे विच तारियां 21 कुलां। जपजी साहब का पाठ का बकाया अजे भी जमा, ये नहीं कीमत दी जा सकती, पर असीं तेन झूंगे के तौर के उपर तेरियां 21 कुलां तार दित्तियां। ये बाणी के पाठ का सत्कार ते कीमत है। 7वें पातशाह के समय की घटना, संगतां कीर्तन करदियां करदियां आईयां। गर्मी का मौसम है, गुरु हरगोबिंद सच्चे पातशाह मंजे ते बराजे ने, कन्ना च कीर्तन की आवाज़ पई ते एकदम उठे। मैं जो सुनाया ना, ये सारा इतिहास भी दर्ज है, कोल मैं कोई गल नहीं गंढी। गुरु महाराज उठे, गोडे ते चोट लगी। सिखां ने आख्या पाशा तुसां काहनूं काहली करनी सी, तुसीं तां गुरु हो। ते की किया, कहंदे सिखो गुरबाणी पै अदबना धारा, जानो सो न सिख हमारा। जिहदे मन च गुरबाणी का भय ते अदब नहीं, वो साडा सिख ही नहीं। असीं गुरबाणी का भय रखना, असीं गुरबाणी का अदब रखना। ये ओ गुरु है। गुरु गोबिंद सिंह पातशाह 4 पुत्रां नूं कुरबान करा के फिर भी मुछां ते ताज दे कहंदा, ओ औरंगजेब तू निके निके 4 सपूलिए मेरे मार दिते, फनियां अजे भी फूका मारदा ही। तू निके निके चंगियाड़े भजा दिते ने, अजे अग दा भांबड़ मैं तेरे पैरां दे थल्ले देना ही। उन्हें जफरनामा लिखिया दीने कांगड़ तो। पर ओ गुरु गोबिंद सिंह, तुसी हजूर साहब जांदे हो, जिथे निशान साहब लगा ना, वो थां बड़ा इतिहासक जे, उसकी बड़ी इंपोर्टेंस है। क्यों? उस निशान साहब वाली थां ते गुरु गोबिंद सिंह महाराज ने अखंड पाठ कराया। पाठ करने वाले दे पल्ले भी कुछ होवे। वो कौन सन? भाई संतोख सिंह, भाई हरा सिंह, भाई दया सिंह, भाई धर्म सिंह। इन्हों ने जदों अखंड पाठ किया, आप जो अखंड पाठ कराने ना, तो कहने बाबा जी 5 पौड़ियां पढ़ी गए, हुण देग वरता दिओ। आप जपजी साहब का पूरा पाठ सुन के भी राजी नहीं, तो गुरु को लवांगे की? हुण नवां काम चलिया 5 पौड़ियां। इहदा भाव गुरु ने 40 पौड़ियां लिखियां, तो गुरु ने गलती की है। हुण नंद साहब दी 5 पौड़ियां पढ़ के वह भी काम नवेड़ देने आ, ते जपजी साहब दी 5 रब दा वास्ता जे बाणी पूरी पढ़िया करिए। जे खुराक ना पूरी खावे, जे आपां नूं डॉक्टर डोज दिंदा है ते आपां कहिए भी 3 खुराकां दित्तियां ते 1 नाल खा लईए, तंदरुस्त नहीं जी होना। इस तरह गुरमुखो गुरबाणी पूरी पढ़ी जाए, अदब नाल पढ़ी जाए, भै नाल पढ़ी जाए। कहने बाबा जी 5 पौड़ियां का पाठ हो गया, देग वरताओ। ते आप दूजे कमरे च बह के सोफे ते बह गल्लां करदे हां, ते गुरु ग्रंथ सच्चे पातशाह को एक कल्ला पाठी बैठा, उस गुरु को की लभदे हो? जेड़े गुरु को असीं बह के राजी नहीं, उस गुरु को की आपां नूं की प्राप्त होवेगा? एक सधारण बंदा आउंदा ते आपां उहदे कोल बहिने आ, तुसीं बड़ी किरपा कीती है, उहदी किन्ना चिमचागिरी करदे आ। ये दीन दुनिया दा मालक जे, एक गल पल्ले बन्निया जे, है तां ट्रालियां ते लिखी, पर बड़ी भावपूर्त
मेरा रुस्से ना कलगियां वाला जग भावें सारा रुस जाए। ये कलगियां वाला वल चाहिए। मैं जज्बाती नहीं, मेरी ड्यूटी गुरबाणी की कथा करने की। बाणी कहती जां तू मेरे वल है तां क्या मुशंदा, तू सब कुछ मैनू सौंपिया जां तेरा बंदा। लक्ष्मी तोट ना भी खाए खर्च रहांदा, लख 84 मेदनी सब सेव करंदा। ए वैरी मित्र सब कीतियां ने मंगे मंदा, लेखा कोई ना पुछी जहर बख्संदा। जाम गुरु होए वल धने क्या गारव तिजे, जाम गुरु होए वल लख बाएं क्या किजे। जाम गुरु होए वल ज्ञान अर ध्यान अनंत पर, जाम गुरु होए वल शब्द साखी सो सचे कर। जो गुरु गुरु ऐनस जपे, जो गुरु नाम रिद में धरे, सो जन्म मरण दो थेरा है। उदा जमन ते मरण दोवें कटे गए। कहने लगे सिखो, गुरु ग्रंथ सच्चे इतिहास के लिखे सानू पढ़ाया गया टकसाल विच, जदों इशनान का टाइम आउंदा ते बाजां वाला उत्थे जल अपने शरीर ते पा के इशनान की क्रिया करके ते बहिंदे ने, भाव लगातार बाणी सुनी जाए। बाणी संपूर्ण हुई। जिदन गुरु ग्रंथ सच्चे पातशाह नूं गद्दी मिली है ना, उस दिन हुक्मनामा आया सी खुलिया कर्म किरपा पई ठाकर। कोई तुहानूं सवाल करे भी जिदन गद्दी मिली उस दिन हुक्मनामा किहड़ा आया सी? जिदन प्रकाश होया उस दिन हुक्मनामा आया जे संतां कारज आप खलोया, हर काम करावण आया राम। जिदन गुरता गद्दी दिती है उस दिन हुक्मनामा आया सी खुलिया कर्म किरपा पई ठाकर। जिदन इंदिरा गांधी गड्डी ते चढ़ी है उस दिन हुक्मनामा आया सी जो जो दिसे वड्डा वडेरा, सो सो खाकू रलसी। ये गुरु के हुक्मनामे जे। और प्यारो की आख्या सिखो, आज्ञा भई अकाल की तभी चलाओ पंथ, सब सिखन को हुक्म है गुरु मानो ग्रंथ। क्यों मनना है, की वजह? गुरु ग्रंथ जी मान्यो प्रगट गुरां की दे, जो प्रभ को मिल बो चाहे खोज शब्द मिले। जिन्हां ने वैगुरू नूं मिलना ना वो गुरबाणी चो लभो। आपां तां गुरमुखो गुरु ग्रंथ सच्चे पातशाह नूं कट्टियां ते वछियां तक लै आंदा। बाबा जी साडा न्याणा रोंदा माड़ा जिहा हथौड़ा पा दिओ। मैं हज़ारां ग्रंथ पढ़े जे मैनूं हथौड़े वाली पोथी अज तक नहीं लभी। मैं राजस्थान 78 एक पिंड च गया ते परिवार वाले कहंदे बाबा जी साडा कट्टा नहीं चुंघदा, यकीन करिया जे तुसीं गुरु की संगत जे। मैं मत्थे ते हत्थ मार के आख्या चाचा पोथियां बड़ियां पढ़ाई पर कट्टा पोथी तू पढ़ाई नहीं, ते कट्टा भी बज नूं चुंघे। रब दा वास्ता जे गुरु ग्रंथ सच्चे पातशाह नूं कट्टियां ते वछियां लई ना वरत्या करो, न्याणे चुप कराउण लई ना वरत्या करो। जिन्हें न्याणे जम्मे ने चुप उन्हें कराउणा कि गुरु ग्रंथ सच्चे पातशाह ड्यूटी तुहाडे न्याणे खिडाउण दी है। ये ना काम करिया करो। मेरे पातशाह कहंदे जो प्रभ को मिल बो चाहे खोज शब्द में ले। जिन्ना रब नूं मिलना है इहदे चों लभण। फिर साडे मन में सवाल आउंदा भी गुरु ग्रंथ सच्चे पातशाह है कि मैं थोड़ा जिहा ये भी नरना करा, क्योंकि आप पढ़ते हैं निर्गुण आप सरगुण ओही, कला धारजन सगली मोई। गुरु ग्रंथ सच्चे पातशाह निर्गुण भी है ते सरगुण भी है। आप बाणी च दो शब्द पढ़ते हैं निर्गुण ते सरगुण। एक पढ़ते हैं पूर्ण ब्रह्म ते पार ब्रह्म। ये दो शब्द ने, पार ब्रह्म ते पूर्ण ब्रह्म, निर्गुण ते सरगुण। पूर्ण ब्रह्म का भाव हुंदा जिहड़ा दिस पै, उहनूं आपां कहने सरगुण। निर्गुण तो भाव पार ब्रह्म जिहड़ा दिसदा नहीं। महाराज का प्रकाश आपां दर्शन करते हैं, इत्थे सरगुण स्वरूप है। असीं खुशकिस्मतां पर आपां कदर नहीं जानी। साडा गुरु ग्रंथ सच्चे पातशाह नाले रब जे ते नाले गुरु जे, नाले रब नाले गुरु। गुरबाणी दीआं पंक्तियां वाहो बाणी निरंकार है तिस जेवड़ अवर न कोय। इहदा अर्थ जे निरंकार दा अर्थ है परमात्मा, जिहदी आपां व्याख्या पढ़दे चक्कर चेन अर वर्ण जात अर पात नहन जे, रूप रंग अर रेख भेद को कह न सकत के, अचल मूर्त अनपो प्रकाश अमतोज भेजै। राग न रूप न रंग किश, त्रो गुण ते प्रभ भिन्न, तिसे बुझाए नानका जिस होवे सो प्रसन्न। ये नाले निर्गुण नाले सरगुण। वाहो बाणी निरंकार है तिस जेवड़ अवर न कोई, ते भाव ये रब रूप है। ते गुरु रूप किवें?
ਉਹ ਆਪਾਂ ਪੰਕਤੀਆਂ ਸਾਰੇ ਜਾਣਦੇ ਹਾਂ। ਬਾਣੀ ਗੁਰੂ, ਇਹ ਨਹੀਂ ਆਖਿਆ ਬੰਦਾ ਗੁਰੂ, ਗੁਰੂ ਹੈ ਬੰਦਾ, ਕਿਤੇ ਨਹੀਂ ਲਿਖਿਆ। ਲਿਖਿਆ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਤੇ ਨਾਲ ਇਹ ਕਿਹਾ ਗੁਰਬਾਣੀ ਕਹੇ ਸੇਵਕ ਜਨ ਮਾਨੇ ਪਰਤਾ ਗੁਰੂ ਨਸਤਾਰੇ। ਸੇਵਕ ਸਿੱਖ ਪੂਜਨ ਸਭ ਆਵੇਂ, ਸਭ ਗਾਵੇਂ ਹਰ ਉਤਮ ਬਾਨੀ। ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰ ਮੰਨੇ। ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਉਹਨਾਂ ਦੀ ਬਾਤ ਬਣ ਗਈ, ਤੇ ਜਿਨ੍ਹਾਂ ਨੇ ਸਤ ਕਰਕੇ ਮੰਨਿਆ ਨਾ ਉਹਨੂੰ ਕਹਿੰਦੇ ਜੇ ਸੰਤ। ਕਿਉਂਕਿ ਸੰਤਾਂ ਦੀ ਬਰਸੀ ਹੈ ਨਾ। ਤੁਸੀਂ ਕਹਿਣਾ ਵੀ ਸ਼ਾਇਦ ਗਿਆਨੀ ਜੀ ਨੂੰ ਕਥਾ ਭੁੱਲ ਗਈ ਦੀ, ਇਹ ਸੱਜੇ ਖੱਬੇ ਕਰਕੇ ਉਹਦੀ ਚਲੇ ਗਏ ਨੇ। ਜਿਹੜਾ ਸੰਤ ਹੈ ਨਾ ਇਹਦੀ ਵਿਆਖਿਆ, ਕਿਉਂਕਿ ਅੱਜ ਕੱਲ੍ਹ ਇੱਕ ਨਵਾਂ ਪੰਥ ਚੱਲਿਆ ਡੁੱਲੀ ਪੰਥ। ਡੁੱਲੀ ਪੰਥ ਉਹ ਹੈ ਜਿਹੜਾ ਹਰ ਥਾਂ ਤੇ ਨੁਕਤਾਚੀਨੀ ਨਹੀਂ ਕਰਦਾ। ਆਖੇ ਜੀ ਉੱਥੇ ਇਸ਼ਨਾਨ ਕਰਨ ਦਾ ਕੋਈ ਮਤਲਬ ਨਹੀਂ, ਸਾਰੇ ਗੁਰਦੁਆਰੇ ਨੇ ਉੱਥੇ ਜਾਣ ਦਾ ਕੀ ਮਤਲਬ। ਇੱਕ ਬਾਬਾ ਕਹਿੰਦਾ ਨਾ, ਤੁਹਾਨੂੰ ਪਤਾ ਬਾਬੇ ਦਾ ਨਾਂ ਦਾ ਪਤਾ, ਜਿਹਦੀ ਮਸ਼ਹੂਰੀ ਬੜੀ, ਜਿਹਨੂੰ ਜੈਡ ਪ੍ਰੈਸ ਰੱਖਿਆ ਮਿਲੀ, ਉਹ ਇਹ ਪ੍ਰਚਾਰ ਕਰਦਾ। ਆਖੇ ਉੱਥੇ ਇਸ਼ਨਾਨ ਕਰਨ ਦਾ ਕੋਈ ਫਾਇਦਾ ਨਹੀਂ। ਉਹਨੂੰ ਅਕਲ ਦੇ ਆਨੇ ਨੂੰ ਡਕੇ ਦੱਸੋ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਮੇਰੇ ਆਪਣੇ ਦੋ ਰੋਗ ਦੂਰ ਹੋਏ ਜੇ, ਇੱਕ ਦਮੇ ਦਾ ਰੋਗ, ਇੱਕ ਮੇਰੇ ਦਿਲ ਦਾ ਆਪਰੇਸ਼ਨ ਹੋਣਾ ਸੀ ਤੇ ਮੈਂ ਉੱਥੋਂ ਪੱਤਾ ਖਾਧਾ ਤੇ ਮੈਂ ਤੰਦਰੁਸਤ ਦੇ। ਇਹ 83 ਦੀ ਗੱਲ ਜੇ, ਸਾਲ ਤੁਸੀਂ ਗਿਣ ਲਓ। ਪਤਾ ਨਹੀਂ ਉੱਥੇ ਕਿੰਨੀਆਂ ਕੁ ਰਹਿਮਤਾਂ ਹੁੰਦੀਆਂ ਨੇ। ਗੁਰਮੁਖੋ ਗੁਰੂ ਤੋਂ ਵੱਡਾ ਕੋਈ ਨਹੀਂ, ਗੁਰੂ ਤੇ ਵਿਸ਼ਵਾਸ ਕਰਿਆ ਕਰੋ। ਇਹ ਗੱਲ ਵਿੱਚੋਂ ਸੁਭਾਵਿਕ ਮੈਂ ਸੰਤਾਂ ਦੇ ਬਾਰੇ ਬੇਨਤੀ ਕਰਨੀ ਸੀ। ਉਹ ਕਹਿੰਦੇ ਸੰਤ ਕੋਈ ਨਹੀਂ। ਇਹ ਠੀਕ ਹੈ ਗਿਆਨੀ ਕਹੇ ਤੇ ਮੰਨੋ ਵੀ ਸੰਤ ਕੋਈ ਨਹੀਂ, ਆਮ ਬੰਦਾ ਕਹਿ ਦੇ ਤੇ ਮੰਨੋ ਵੀ ਸੰਤ ਕੋਈ ਨਹੀਂ। ਪਰ ਜੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਫਿਰ ਤਾਂ ਮੰਨਣਾ ਚਾਹੀਦਾ ਨਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨਾ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਤਨ ਸੇ ਸਈ ਨਾਨਕਾ ਪੂਲ ਸੋਈ ਸੰਤ। ਸਾਹ ਲੈਂਦਿਆਂ ਤੇ ਬੁਰਕੀ ਮੂੰਹ 'ਚ ਪਾਉਂਦਿਆਂ। ਇਹ ਘਟਨਾ ਮੇਰੀ ਖੁਦ ਆਪਣੀ ਜ਼ਿੰਦਗੀ 'ਚ ਵਾਪਰੀ ਹੈ ਤੇ ਮੈਂ ਇਹਦੇ ਤੋਂ ਬੜਾ ਪ੍ਰਭਾਵਿਤ ਹਾਂ ਤੇ ਪ੍ਰਚਾਰ ਵੀ ਕਰਦਾ। ਜਦੋਂ ਮੈਂ ਸੰਤ ਬਾਬਾ ਕਰਤਾਰ ਸਿੰਘ ਹੋਰਾਂ ਕੋਲੋਂ ਗੁਰਮਤਿ ਦੀ ਵਿਦਿਆ ਲੈਣ ਲਈ ਗਿਆ ਨਾ, ਤੇ ਮੈਂ ਜਥੇ 'ਚ ਨਾਰੰਗਵਾ ਰਲਿਆ। ਮੈਨੂੰ ਉਹਨਾਂ ਨੇ ਆਖਿਆ ਪੁੱਤਰਾ ਜਦੋਂ ਵੀ ਰੋਟੀ ਪਾਣੀ ਖਾਣਾ ਉਦੋਂ ਇੱਕ ਆ ਸ਼ਲੋਕ ਜ਼ਰੂਰ ਪੜ੍ਹਿਆ ਕਰ। ਜਦੋਂ ਰੋਟੀ ਪਾਣੀ ਖਾਣਾ ਮੈਂ ਕਿਹਾ ਜੀ ਕਿਹੜਾ, ਕਿਉਂਕਿ ਮੈਨੂੰ ਪੜ੍ਹਾਈ ਤਾਂ ਬੜੀ ਕੀਤੀ ਸੀ ਪਰ ਮੈਨੂੰ ਗੁਰਮਤਿ ਦਾ ਪੂਰਾ ਸੁੱਝ ਹੀ ਨਹੀਂ ਸੀ। ਉਹਨੇ ਰੋਟੀ ਮੂੰਹ 'ਚ ਪਾਉਣਾ ਨਾ, ਕੋਈ ਚੀਜ਼ ਮੂੰਹ 'ਚ ਪਾਵੇਂ ਤੇ ਇਹ ਪੜ੍ਹਿਆ ਕਰੀ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਮੈਂ ਉਹਨਾਂ ਨੂੰ ਬੇਨਤੀ ਕੀਤੀ ਜੀ ਮੈਨੂੰ ਅਜੇ ਸਮਝ ਨਹੀਂ ਇਹ ਤੁਸੀਂ ਕਿਉਂ ਕਿਹਾ। ਤੇ ਮੈਨੂੰ ਕਹਿੰਦੇ ਪੁੱਤਰਾ ਇਸ ਅੰਨ ਖਾਣ ਦੇ ਨਾਲ ਬੰਦੇ ਦੇ ਅੰਦਰ ਤੱਤ ਪੈਦਾ ਹੁੰਦੇ ਨੇ। ਇਹਦੇ ਅਰਥ ਧਿਆਨ ਨਾਲ ਸੁਣ। ਮੈਂ ਕਿਹਾ ਦੱਸੋ। ਕਹਿੰਦੇ ਇਹਦੇ 99 ਕਰਕੇ ਅਰਥ ਕਰਨੇ। ਮੈਂ ਕਿਹਾ ਜੀ ਇਹ ਨਵੀਂ ਗੱਲ, ਨਾਲੇ 99 ਕਰਕੇ ਹੁਣ ਤੁਸੀਂ ਪਹਿਲਾਂ ਤਾਂ ਪਿਆ ਆਹ ਪੜ੍ਹੋ ਹੁਣ 99 ਕਰਕੇ ਤਾਂ ਮਤਲਬ ਕੀ ਹੋਇਆ। ਉਹ ਕਹਿੰਦੇ ਪਿੱਛੋਂ ਇਹਦੇ ਅਰਥ ਕਰ ਪ੍ਰਸਾਦ ਗੁਰਦੇਵ। ਜਿਹੜਾ ਪੜ੍ਹਦੇ ਨੇ ਸ਼ਲੋਕ ਦਾ ਮਤਲਬ ਕੀ ਹੈ, ਕਰ ਪ੍ਰਸਾਦ ਗੁਰਦੇਵ 99 ਕਰਕੇ। ਮਹਾਰਾਜ ਮੇਰੇ ਤੇ ਮਿਹਰ ਕਰ। ਕਾਹਦੀ? ਮੈਂ ਰੋਟੀ ਖਾਣ ਲੱਗਾ, ਖਾਦ ਖਾਣ ਲੱਗਾ, ਕਿਤੇ ਇਸ ਅੰਨ ਦੇ ਨਾਲ ਮੇਰੀ ਬੁੱਧੀ ਭ੍ਰਿਸ਼ਟ ਹੋ ਕੇ ਮੈਂ ਬਕਾਰੀ ਨਾ ਹੋ ਜਾਵਾਂ। ਇਹ ਅੰਨ ਖਾਣ ਲੱਗਾ ਤੇ ਮੇਰੇ ਤੇ ਕਿਤੇ ਕ੍ਰੋਧ ਹਾਵੀ ਨਾ ਹੋ ਜਾਏ। ਇਹ ਮੈਂ ਅੰਨ ਖਾਣ ਲੱਗਾ ਤੇ ਕਿਤੇ ਲਾਲਚ ਮੇਰੇ ਤੇ ਪ੍ਰਭਾਵ ਨਾ ਪਾ ਲੈ, ਕਿਤੇ ਮੇਰੇ ਤੇ ਹੰਕਾਰ ਨਾ ਪ੍ਰਭਾਵ ਪਾ ਲੈ। ਕਿਉਂਕਿ ਆਪਾਂ ਬਾਣੀ 'ਚ ਪੜ੍ਹਦੇ ਹਾਂ ਸਭ ਤੋਂ ਵੱਧ ਵਕਾਰੀ ਹਾਥੀ ਤੇ ਸਭ ਤੋਂ ਵੱਧ ਹੰਕਾਰੀ ਬੰਦਾ। 84 ਲੱਖ ਜੂਨ ਹੈ ਨਾ, 84 ਲੱਖ ਜੂਨ ਵਿੱਚ ਸਭ ਤੋਂ ਵਕਾਰੀ ਹਾਥੀ ਤੇ ਸਭ ਤੋਂ ਹੰਕਾਰੀ ਬੰਦਾ। ਉਹ ਪੰਕਤੀਆਂ ਨੇ ਕਾਮ ਰੋਗ ਮੈਗਲ ਬਸ ਕੀਨਾ, ਹਉਮੈ ਰੋਗ ਮਨੁੱਖ ਕੋ ਦੀਨਾ। ਬਾਬਾ ਰਵਿਦਾਸ ਜੀ ਨੇ ਸਾਨੂੰ ਸਮਝਾਇਆ, ਕਹਿੰਦੇ ਬੰਦਿਆ ਤੁਰਿਆ ਫਿਰਦਾ ਥੋੜਾ ਜਿਹਾ ਸੰਭਲ ਕੇ ਤੁਰਿਆ ਕਰ। ਪਗਾਂ ਭਨੂਰੀਆਂ ਮਾਰਤਾ, ਬਦਨੇ ਬਿਨ ਖਿਰਖਰ ਹਾਸਤਾ। ਪੁੱਛਿਆ ਬਾਬਾ ਜੀ ਤੁਹਾਡਾ ਕਹਿਣ ਦਾ ਮਤਲਬ? ਤੇ ਬਾਬਾ ਰਵਿਦਾਸ ਕਹਿੰਦਾ ਮਿੱਤਰਾ 5 ਜਾਨਵਰਾਂ 'ਚ ਇੱਕ ਇੱਕ ਐਬ ਹੈ ਤੇ ਉਹ ਪੰਜੇ ਦੇ ਪੰਜੇ ਮਾਰੇਗੇ, ਤੇਰੇ ਇਕੱਲੇ 'ਚ 5 ਨੇ, ਤੂੰ ਕਿਵੇਂ ਬਚੇਗਾ? ਬਾਬਾ ਰਵਿਦਾਸ ਕਹਿੰਦਾ ਮੈਂ ਤੈਨੂੰ 5 ਦੀ ਗਿਣਤੀ ਦੱਸਦਾ, ਉਹਨਾਂ ਵੱਲ ਵੇਖ, ਇੱਕ ਇੱਕ ਐਬ ਮਾਰੇ ਗਏ, ਤੇਰੇ ਇਕੱਲੇ 'ਚ 5 ਨੇ, ਤੇਰਾ ਗੁਜ਼ਾਰਾ ਮੁਸ਼ਕਿਲ ਹੀ ਕਾਇਮ ਹੋ ਕੇ ਰਵੀ।
आख्या बाबा जी किहड़े ने? कहंदे मृग मीन परिंग पतंग कुंचर एक दोख बनास पंच दोख असाध जामे ताकि केतकास। जेड़ा हिरन है ना ओनू कन रस बड़ा कन रस, जेड़ी मच्छी इनू खाण दा बड़ा चस्का है। दरिया च रहिंदी है, समुद्र च रहिंदी है, नदी च आई है, छप्पड़ विच है, बड़ा कुछ खादा पर शिकारी ने कुंडी लाई, पूं खाण आई, आटे की गोली खाण आई ते मारी गई। दरिया जो पेट नहीं भरिया ते कमड़िए इस कुंडी दे पीस नाल किवें राजेंगी? भरिंग भौरा फुल ते बैठा है, फुल मीचिया गया, सारी नाले फुल दा अर कर लिया ते नाले भौरे दा भी निकल गया। जेड़ा पतंगा ना ओनू वेखण दा बड़ा चस्का है। ते जदों मैं लोकां नूं वेखना ना मोबाइल ते मैं कहना सारे पतंगे ही जापदे ही। अजे पतंगा चंगा नहीं साडे नालों। पतंगा दीवा जगदा ते उत्थे आउंदा, पर जे दीवे दी फोटो ला दे ते उत्थे नहीं जांदा। पतंगा दीवे ते कुर्बान हो जाता, जान मार दिंदा है। पर तुसीं किते फोटो लाओ कंध दे उपर दीवे दी, कहंदा मैं फोटो दा आशिक नहीं। ये मोबाइल फोटो ही आउंदियां ने ना, भावें कोल भरा बैठा ते तां भी ओहदी परवाह नहीं, जे मामा है तो ओहदी परवाह नहीं, जे बेबे बैठी तो ओहदी परवाह नहीं। मैं हैरान हाँ, मैं कहना बाबा ਜਦੋਂ तू बाणी रची उदों ਪੰਜਾਂ ਦਾ ਜ਼ਿਕਰ ਕੀਤਾ ਸੀ, ਕਿਤੇ ਆ ਵੀ ਲਿਖ ਜਨੋਂ ਵੀ ਮੋਬਾਈਲ ਆਵੇਗਾ ਵੀ ਲੋਕਾਂ ਦਾ ਬੇੜਾ ਕਰ ਕਰ ਦੇਗਾ। ਇਹ ਛੇਵਾਂ ਹੁਣ ਲਿਖਦੇ ਨੇ ਗੁਰਮੁਖੋ। ਪਤੰਗਾ ਦੀਵੇ ਦੀ ਲਾੜ ਤੇ ਜਾਂਦਾ ਤੇ ਮਾਰਿਆ ਜਾਂਦਾ। ਜਿਹੜਾ ਹਾਥੀ ਹੈ ਨਾ ਨਕਲੀ ਹਥਨੀ ਬਣਾ ਕਰਕੇ ਕਾਗਜ਼ ਦੀ ਉਹਦੇ ਕੋਲ ਜਾਂਦਾ ਤੇ ਮਾਰਿਆ ਜਾਂਦਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਪੰਕਤੀਆਂ ਨੇ, ਕਾਲ ਬੂਤ ਕੀ ਹਸਤਨੀ मन बौरा रे अंक सहो सीस, ते सारी जिंदगी कुंडे खांदा है। बाबा अरदास कहंदा भलिया उन्हां च एक एक ऐब तेरे कल्ले च पंज, तू किवें बचेगा? बचणगे कौन? जिन्हां सास ग्रास ना विसरै, हर नामा मन मंत, तन सेई नानका पूर्ण सोई संत। ये ना कहीं भी बाबा वड्डा ते छोटा, वो सारे ही मुकम्मल हैं। गुरु पंचम पातशाह ने संस्कृति विच इहदा व्याख्या की संतां दे बारे। वो कहिंदे मंत्रंग राम राम नामंग, ध्यानंग सर्वत्र पूर्णे, ज्ञानंग सम दुख सुखंग, जुगत निर्मल निर्वैरणे। रब दे नाम तो बिना कोई मंत्र नहीं। मैनूं पता नहीं तुहाडे इलाके च प्रभाव है कि नहीं। मैं खुला थां थां दे चैलेंज देना। आ कई थावां दे बड़े बड़े इश्तिहार आउंदे भी काला फलाना काले इल्म दा बड़ा मार, तुहाडे दो कट्टे जाणगे, तुहाडा आ हो जाएगा, तुहाडा ओ हो जाएगा। ते ओनूं पुछ भी तूं कल्ला राष्ट्रपति बन जा, बाकियां लोकां नूं कटदा, तेरे कोल जे नहीं करा बात ते राष्ट्रपति बन। इन्हां लोकां दे चक्कर च ना पाओ। मैं चैलेंज करदा जिहड़ा जपजी साहब दी बाणी पढ़दा ते जिन रोमां दी बेदबी नहीं कीती, ओहदे ते किसी इल्म दा कोई प्रभाव नहीं पै सकदा, कोई प्रभाव नहीं पै सकदा। ये प्रभाव कदों पै? परमेश्वर ते भुलिया व्यापन सभे रोग। मंत्रंग राम राम नामंग। मैं तुसीं कहना विज्ञानी गल्लां टाल गया। मैं राजस्थान च पता लगा भी मैं जो संत करतार सिंह चढ़ाई करके 3 पोथियां मेरी कथा दी रह गई, विचार सागर मोक्ष पंथ। तो उत्थे पता लगा भी गदासी महात्मा जानदा, ते मैं उहदे कोल गया। मैं फतेह बुलाई अखा तो सूरमा सी, ते मैनूं कहंदा पुत्रा मैं तेनों काला लमना सिखा दियां। मैं उस मौके आख्या बाबा जी मेरे कोल चिट्टा, मैं काली नूं अग लाउणी। मैं तुरंत पिछां मुड़ पिया। जिहदे कोल चिट्टा इल्म है ना वो कालियां दे चक्कर च नहीं पैंदा। चिट्टा जिहड़ा ना वो आपां नूं उच्चे नीवें थां तो सचेत करदा भी मित्रा नीवां थां ते संभल के पैर पुट। ते काला हुंदा नेरा, नेरे च आपां अज भी मरे ते कल भी मरे। इस करके काले इल्म दे चक्कर च ना पिया जे। गुरुदेव कहंदे संत दी पछाण की ना काला इल्म पढ़े, वो करदा मंत्रंग राम राम नामंग, ध्यान सर्वत्र पूर्ण। वो रब जिहड़ा हर थां ते व्यापक उहदा ध्यान करदा। ज्ञान सम दुख सुखंग, जुगत निर्मल निर्वैरणे।
ਦੁੱਖ ਆ ਗਿਆ, ਸੁੱਖ ਆ ਗਿਆ, ਉਹਦੇ ਗਿਆਨ ਵਿੱਚ ਫਰਕ ਨਹੀਂ ਪੈਂਦਾ। ਸਾਡੇ ਸਿੱਖ ਪੰਥ ਵਿੱਚ ਇੱਕ ਸਿੱਖ ਹੋਇਆ ਜਲਨ ਜੱਟ। ਨਸ਼ਹਿਰਾ ਢਾਲਾ ਇੱਕ ਪਿੰਡ ਹੈ ਬਾਰਡਰ ਤੇ ਲਾਹੌਰ ਦੇ ਲਾਗੇ, ਉਹ ਆਪਣੇ ਚ ਆ ਗਿਆ। ਉਹਦੀ ਔਲਾਦ ਬਹੁਤ ਅਮੀਰ, ਇਸ ਪਾਸੇ ਆਪਾਂ ਨਹੀਂ ਜਾਣਾ। ਉਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦਾ ਬੜਾ ਪਿਆਰਾ ਸੀ। ਖੇਤਾਂ ਚੋਂ ਹਲ ਵਾਹ ਕੇ ਆਇਆ, ਗਰਮੀ ਦਾ ਮੌਸਮ, ਤੇ ਜਿਵੇਂ ਆਪਾਂ ਹੁਣ ਤਾਂ ਆਪਣੇ ਕੋਲ ਸਾਧਨ ਨਹੀਂ, ਅੱਗੇ ਲੋਕੀ ਮੈਂ ਵੇਖਿਆ ਗਰਮੀ ਚਾਦਰਾਂ ਤਾਣ ਕੇ ਤੇ ਲੰਮੇ ਪੈ ਜਾਂਦੇ ਸਨ, ਕਹਿੰਦੇ ਸੀ ਮੁੜਕਾ ਜੇ ਸਿਰ ਹੌਲਾ ਹੋ ਜਾਂਦਾ। ਮੈਂ ਵੇਖਿਆ ਕਿ ਦੋਵੇਂ ਉਹਦੇ ਪੁੱਤ ਪਏ ਨੇ ਤੇ ਸੁਭਾਵਕ ਨਿਕਲਿਆ। ਕਹਿਣ ਲੱਗਾ, ਉਹਦੀ ਘਰ ਵਾਲੀ ਦਾ ਨਾਂ ਸੀ ਰਾਮ ਕੀ। ਆ ਜਗ੍ਹਾ ਬਣੀ ਤੁਹਾਨੂੰ ਪਤਾ ਗੋਇੰਦਵਾਲ ਸਾਹਿਬ, ਇਹ ਜਲਨ ਜੱਟ ਦੀ ਘਰ ਵਾਲੀ ਜਗ੍ਹਾ। ਜੋ ਤੁਸੀਂ ਤਰਨ ਤਾਰਨ ਤੋਂ ਗੋਇੰਦਵਾਲ ਆਉਂਦੇ ਨੇ ਤੇ ਖੱਬੇ ਪਾਸੇ ਜਗ੍ਹਾ ਬਣੀ ਹੈ ਮਾਤਾ ਰਾਮ ਕੀ ਦੀ। ਉਹ ਮਾਤਾ ਰਾਮ ਕੀ ਜਲਨ ਜੱਟ ਦੀ ਧਰਮ ਪਤਨੀ ਸੀ, ਦੋਵੇਂ ਬ੍ਰਹਮ ਗਿਆਨੀ ਸਨ। ਕਹਿਣ ਲੱਗਾ ਕਿੱਡੇ ਸੋਹਣੇ ਖਪਣ ਫੱਬਦੇ ਨੇ। ਇੰਨੀ ਗੱਲ ਕਹੀ, ਜਦੋਂ ਮਾਂ ਲਾਉਣ ਲੱਗੀ ਤੇ ਦੋਵੇਂ ਪੁੱਤ ਮਰੇ। ਆਪਾਂ ਪੁੱਤਾਂ ਵਾਲੇ ਆ, ਸਾਡਾ ਪੁੱਤ 2 ਘੰਟੇ ਲੇਟ ਉਹਦੇ ਆਂਦਰਾਂ ਨੂੰ ਧੂਪ ਪੈਂਦੀ ਹੈ। ਉਹਨੇ ਪਤਾ ਕੀ ਆਖਿਆ, ਕਹਿਣ ਲੱਗਾ ਭਲਾ ਹੋਇਆ ਮੇਰੇ ਚਰਖਾ ਟੁੱਟਾ, ਜਿੰਦ ਅਜਾਬੋਂ ਸੁੱਟੀ ਰਾਮ ਕੀ, ਨਾ ਵਿਆਹ ਕਰਨੇ ਪਏ ਨਾ ਮੰਗਣੇ ਕਰਨੇ ਪਏ, ਵੀ ਰੱਬ ਨੇ ਚੰਗਾ ਕੀਤਾ ਜੀ। ਭਾਵ ਕਿ ਉਹਦੀ ਅਵਸਥਾ ਵਿੱਚ ਕੋਈ ਫਰਕ ਨਹੀਂ ਪਿਆ। ਗਿਆਨ ਸਮ ਦੁੱਖ ਸੁਖ ਜੁਗਤ ਨਿਰਮਲ ਨਿਰਵੈਰ ਨੇ। ਉਹਨਾਂ ਦੀ ਜਿਹੜੀ ਜੁਗਤੀ ਹੈ ਨਾ, ਮੈਲ ਤੋਂ ਰਹਿਤ ਹੈ ਤੇ ਕਿਸੇ ਨਾਲ ਵੈਰ ਨਹੀਂ ਉਹ ਕਰਦੇ। ਉਹਨਾਂ ਵਾਸਤੇ ਸਾਰੇ ਇੱਕੋ ਜਿਹੇ ਬਰਾਬਰ। ਦਿਆਲੰਗ ਸਰਬੱਤਰ ਜੀਆ, ਪੰਚ ਦੋਖ ਵਰਜਤੇ। ਸਾਰਿਆਂ ਤੇ ਦਇਆ ਕਰਨੀ। ਜਿਹੜੇ 5 ਦੋਸ਼ ਨੇ, ਸ਼ਬਦ, ਸਪਰਸ਼, ਰਸ, ਰੂਪ ਤੇ ਗੰਧ, ਇਹ ਉਹਨੂੰ ਲਾਗੇ ਨਹੀਂ ਆਉਣ ਦਿੰਦੇ। ਖੱਟ ਲੱਖਣ, ਪੂਰਨ ਪੁਰਖ, ਇਹ ਉਹਨਾਂ ਦੇ 6 ਨਿਸ਼ਾਨੀਆਂ ਨੇ। ਅਗਰ ਹੁਣ ਤੇ ਭਾਵੇਂ ਉਹ ਭਗਵੇ ਪਾਉਂਦਾ ਤੇ ਭਾਵੇਂ ਨੀਲੇ ਤੇ ਭਾਵੇਂ ਚਿੱਟੇ, ਉਹ ਸੰਤ ਹੈ। ਗੁਰਮੁਖੋ ਸੰਤ ਦਾ ਸੰਤ ਬਣਦਾ ਕਿਵੇਂ? ਇੱਕ ਮੈਂ ਗੱਲ ਕਰਨ ਲੱਗਾ, ਸਰੰਭ ਵਿੱਚ ਸਰਾਂ ਵਿੱਚ ਮੁਸਾਫਰ ਆਏ। ਪਹਿਲੇ ਨੇ ਗੰਦ ਪਾਇਆ ਤੇ ਚੌਂਕੀਦਾਰ ਕਹਿਣ ਲੱਗਾ ਵੀ ਰਾਜ ਜਾਪਦਾ ਕਮਰੇ 'ਚ ਪਸ਼ੂ ਆਏ ਹਨ। ਕਿਉਂ? ਕਰਤੂਤ ਪਸ਼ੂ ਕੀ, ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਮੈਂ 11ਵੀਂ ਜਮਾਤ ਪ੍ਰੈਪ ਵਿੱਚ ਇਹ ਪੜ੍ਹਿਆ ਸੀ, ਸਿਵਿਕਸ ਵਿੱਚ। ਉਦੋਂ ਸਿਵਿਕਸ ਹੁੰਦੀ ਸੀ, ਮੁੜ ਕੇ ਪੋਲੀਟੀਕਲ ਸਾਇੰਸ ਬਣ ਜਾਂਦੀ ਸੀ। ਪਹਿਲਾ ਸਵਾਲ ਸੀ, ਮੈਨ ਇਜ਼ ਏ ਸੋਸ਼ਲ ਐਨੀਮਲ। ਮਨੁੱਖ ਇੱਕ ਸਮਾਜਿਕ ਪਸ਼ੂ ਹੈ। ਪਸ਼ੂ ਨਾਲ ਤੁਲਨਾ ਕੀਤੀ, ਸਾਨੂੰ ਪੜ੍ਹਾਇਆ ਗਿਆ ਸਕੂਲ ਦੇ, ਆਪਾਂ ਪੜ੍ਹਿਆ। ਪਰ ਨਹੀਂ, ਸਾਡੇ ਗੁਰੂ ਨੇ ਸਾਨੂੰ ਦੇਵਤੇ ਬਣਾਇਆ। ਅਗਲੇ ਦਿਹਾੜੇ ਗੁਰਮੁਖ ਪਿਆਰਾ ਆਇਆ, ਉਹਨੇ ਕਮਰਾ ਵੇਖਿਆ, ਲਿਬੜਿਆ ਤਿਬੜਿਆ, ਵਿੱਚ ਥੱਲੇ ਛਿੱਲਾਂ ਖਿਲ ਰਹੀਆਂ ਨੇ। ਚੌਂਕੀਦਾਰ ਨੂੰ ਕਹਿਣ ਲੱਗਾ, ਭਾਈ ਸਾਹਿਬ ਮੈਨੂੰ ਪਾਣੀ ਦੀ ਬਾਲਟੀ ਦੇ ਤੇ ਨਾਲੇ ਝਾੜੂ ਦੇ। ਉਹਨੇ ਸਾਫ਼ ਕੀਤਾ, ਅਗਰਬੱਤੀ ਦਿਖਾਈ, ਰਾਤ ਕੱਢ ਕੇ ਚਲਾ ਗਿਆ। ਤੇ ਚੌਂਕੀਦਾਰ ਕਹਿਣ ਲੱਗਾ, ਮੈਨੂੰ ਜਾਪਦਾ ਵੀ ਰਾਤ ਦੇਵਤੇ ਰਹੇ ਨੇ। ਸ਼ਕਲ ਦੋਵਾਂ ਦੀ ਮਨੁੱਖ ਦੀ ਹੈ, ਇੱਕ ਦੀ ਪਸ਼ੂ ਨਾਲ ਤੁਲਨਾ ਕੀਤੀ ਤੇ ਇੱਕ ਦੀ ਦੇਵਤੇ ਨਾਲ ਕੀਤੀ। ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤਨ ਲਾਗੀ ਵਾਰ ਗੁਰੂ ਕੇ ਸਿੱਖਾ। ਆਪਣੇ ਸਦਕੇ ਗੁਰੂ ਤੋਂ ਸਦਕੇ ਜਾ, ਜਿਨ੍ਹਾਂ ਨੇ ਦੇਵਤੇ ਬਣਾਉਣਾ ਕੀਤਾ। ਹੁਣ ਦੇਵਤੇ ਦੀ ਪਛਾਣ ਮੈਂ ਸਾਨੂੰ ਪੜ੍ਹਾਈ ਹੈ, ਉਹ ਕੀ ਹੈ? ਜਿਹੜਾ ਦੇਵਤਾ ਨਾ, ਧਿਆਨ ਦਿਆ ਜੀ, ਉਹ ਅੱਖ ਨਹੀਂ ਝਮਕਦਾ, ਜੋ ਲਿਖਿਆ ਗ੍ਰੰਥਾਂ 'ਚ। ਜਦੋਂ ਕਿਸੇ ਮੌਕੇ ਆਪਾਂ ਨੂੰ ਜ਼ਿੰਦਗੀ 'ਚ ਕਿਸੇ ਨੂੰ ਦਰਸ਼ਨਦਾਰੀ ਹੋਵੇ ਨਾ, ਕਿਸੇ ਦੇਵਤੇ ਦੇ ਧਿਆਨ ਰੱਖਿਆ ਜਿਸ ਗੱਲ ਦਾ, ਆਪਣੇ ਵਰਗਾ ਹੋਵੇਗਾ, ਕੱਦ ਕਾਠ ਉਹਦਾ, ਮੂੰਹ ਮੁਹਾਂਦਰਾ, ਪੱਗ ਲੀੜੇ ਕੱਪੜੇ ਆਪਾਂ ਨੂੰ ਦੱਸਣਗੇ। ਪਰ ਪਛਾਣ ਕੀ ਹੋਵੇਗੀ? ਇੱਕ ਉਹਦਾ ਪਰਛਾਵਾਂ ਨਹੀਂ ਹੋਏਗਾ, ਇੱਕ ਉਹ ਅੱਖ ਨਹੀਂ ਝਮਕੇਗਾ। ਜੇ ਇਹ 2 ਗੱਲਾਂ ਤੇ ਸਮਝ ਲਓ ਵੀ ਉਹ ਦੇਵਤਾ ਹੈ, ਮਨੁੱਖ ਨਹੀਂ। ਅੱਖ ਝਮਕਣ ਤੋਂ ਭਾਵ ਅਸੀਂ ਕੇਵਲ ਤੇ ਕੇਵਲ ਗੁਰੂ ਨੂੰ ਵੇਖਣਾ, ਦੂਜੇ ਪਾਸੇ ਨਹੀਂ ਤੱਕਣਾ। ਪਰਛਾਵਾਂ ਕੀ ਹੈ? ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਮੈਂ ਤੁਹਾਡੇ ਕੋਲ ਆਇਆ, ਤੁਸੀਂ ਕਹਿੰਦੇ ਇੰਨੀ ਭੇਟਾ, ਗਿਆਨੀ ਜੀ ਕਿੰਨੀ ਭੇਟਾ? ਮੈਂ ਠੋਕ ਕੇ ਮੰਗੀ। ਇੱਕ ਤੁਹਾਡੇ 'ਚ ਕਮੀ, ਜੇ ਤੁਸੀਂ ਕਹਿੰਦੇ ਹੋ ਵੱਡਾ ਗਿਆਨੀ, ਵੱਡਾ ਜੀ ਬੂਹ ਦਾ ਠੇਕਾ ਕਰਦਾ ਤੇ ਕਹਿੰਦੇ ਵੱਡਾ ਗਿਆਨੀ।
ਤੇ ਜੇ ਕਿਸੇ ਨੇ ਘੱਟ ਮੰਗੇ ਤੇ ਕਹਿੰਦੇ ਉਹ ਜਾਣਦਾ ਸਵਾਹ, ਉਹਨੂੰ ਤਾਂ ਮੰਗਦਾ ਹੀ ਕੱਖ ਨਹੀਂ। ਪਰ ਅਸੀਂ ਭੁੱਲ ਗਏ ਹਾਂ, ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੇ ਜਿਹੜੀ ਇਹਦੀ ਵਡਿਆਈ ਕਰੇਗਾ ਉਹਦੇ ਮਗਰ ਮਗਰ ਮਾਇਆ। ਗੁਰੂ ਅਮਰਦਾਸ ਪਾਤਸ਼ਾਹ ਦੇ ਬੋਲ ਨੇ, ਬ੍ਰਹਮ ਬਿੰਦੇ ਤਿਸ ਦਾ ਬ੍ਰਹਿ ਮਤ ਰਹੇ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਇਹ ਗੱਲਾਂ ਕਹਿਣ ਮਾਤਰ ਨਹੀਂ ਵਾਪਰੀਆਂ। ਗੁਰੂ ਘਰ ਦਾ ਪ੍ਰਚਾਰ ਕਰਨ ਵਾਸਤੇ ਇਤਿਹਾਸ ਪੜ੍ਹਿਆ ਕਰੋ। ਭਾਈ ਗੜੀਏ ਨੂੰ ਗੁਰੂ ਪਾਤਸ਼ਾਹ ਨੇ ਜੰਮੂ ਕਸ਼ਮੀਰ ਸ਼੍ਰੀਨਗਰ ਭੇਜਿਆ। ਇੱਕ ਦੌਲੇ ਸ਼ਾਹ ਹੋਇਆ ਪੀਰ ਗੁਜਰਾਤ ਦਾ ਰਹਿਣ ਵਾਲਾ। ਇਹ 6ਵੇਂ ਪਾਤਸ਼ਾਹ ਸਮੇਂ ਦੀ ਘਟਨਾ ਜੀ। ਭਾਈ ਗੜੀਆ ਪ੍ਰਚਾਰ ਕਰਨ ਗਏ ਨੇ, ਦੌਲੇ ਸ਼ਾਹ ਕੋ ਰਾਤ ਕੱਟੀ ਤੇ ਉਹਦੀ ਧੌੜੀ ਦੀ ਜੁੱਤੀ। ਹੁਣ ਪੰਗਾ ਕੀ ਕਰੀਏ, ਤੁਹਾਡੀ ਵੀ ਮਿਹਰਬਾਨੀ ਹੈ ਨਾ। ਜੇ ਤਾਂ 5-4 ਬਾਡੀਗਾਰਡ ਆਏ ਨੇ ਤੇ ਕਹਿੰਦੇ ਵੱਡਾ ਸਿੰਘ ਸਾਹਿਬ, ਤੇ ਜੇ ਬੱਸ ਤੇ ਬਹਿ ਕੇ ਉਤਰਿਆ ਤੇ ਕਹਿੰਦਾ ਗਿਆਨੀ ਆਇਆ ਅੰਮ੍ਰਿਤਸਰ ਵਾਲਾ, ਬੰਦਾ ਉਹੋ ਹੀ ਹੈ। ਤੇ ਜੇ 5-4 ਨਾਲ ਬਾਡੀਗਾਰਡ ਡਰਦਾ ਡਰਾਕੜ ਹੈ ਤੇ ਵੱਡਾ ਸਿੰਘ ਸਾਹਿਬ, ਤੇ ਜੇ ਇਕੱਲਾ ਆਇਆ ਤੇ ਕਹਿੰਦੇ ਸਿੰਘ ਸਾਹਿਬ ਆਇਆ। ਇਹ ਸਾਡੀ ਤੁਲਨਾ ਜੀ। ਮਾਇਆ ਨਾਲ ਤੋਲਿਆ ਨਾ ਕਰੋ, ਜੀਵਨ ਨੂੰ ਤੋਲਿਆ ਕਰੋ। ਜੀਵਨ ਜਿਨ੍ਹਾਂ ਦੇ ਪੱਲੇ ਸੱਤ ਹੈ। ਸੰਤ ਦੀ ਵਿਆਖਿਆ ਕੀ ਹੈ ਆਪਾਂ ਜੰਨੇ ਆ। ਬਾਣੀ ਕਹਿੰਦੀ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾ ਕਿਸੇ ਕੱਪੜੇ ਧੋਈ। ਜਿਵੇਂ ਮਾਂ ਤੇ ਪਿਓ ਦੇ ਸੰਬੰਧਾਂ ਤੋਂ ਬਿਨਾ ਬੱਚੇ ਦਾ ਜਨਮ ਨਹੀਂ ਹੋ ਸਕਦਾ, ਇਸੇ ਤਰ੍ਹਾਂ ਸੰਤ ਦੀ ਡੈਫੀਨੇਸ਼ਨ ਦੇ 7 ਸੰਤੋਖ। ਜੇ ਮੌਕੇ ਨੇ ਜਿੱਥੇ ਗਿਆ ਆਮ ਕਰਕੇ, ਇਹ ਪ੍ਰਧਾਨ ਸਾਹਿਬ ਮਿਲੇ ਬੜਾ ਮਨ ਖੁਸ਼ ਹੋਇਆ, ਦੂਜੇ ਨੂੰ ਮਿਲ ਕੇ ਤੈਨੂੰ ਤਾਪ ਚੜ ਗਿਆ। ਇਹ ਨਵਾਂ ਟ੍ਰੈਂਡ ਚੱਲਿਆ ਜੀ ਅੱਜ ਕੱਲ੍ਹ ਵੀ ਗੁਰੂ ਦੀ ਵਡਿਆਈ ਘੱਟ। ਹੁਣ ਜਿਹਦੇ ਨਾਂ ਲਈ ਜਿਹੜੇ ਕੋਈ ਸ਼ਰਮੋ ਸ਼ਰਮੀ 500 ਦਾ ਨੋਟ ਦਾ ਛੱਡਣਾ ਪਵੇਗਾ ਨਾ ਵੀ ਗਿਆਨੀ ਹੁਣ ਮੇਰੀ ਚਮਚਾਗਿਰੀ ਕਰੀ ਜਾਂਦਾ ਹੈ। ਰੱਬ ਦਾ ਵਾਸਤਾ ਜੇ ਕੇਵਲ ਵਡਿਆਈ ਗੁਰੂ ਦੀ ਕਰੋ। ਦੁਨੀਆ ਨਾ ਸਲਾਏ ਜੋ ਮਰ ਵੰਜ ਸੀ, ਲੋਕਾਂ ਨਾ ਸਲਾਏ ਜੋ ਮਰ ਖਾਕ ਸੀ। ਜਿਹੜੇ ਅੱਜ ਵੀ ਨਹੀਂ, ਜਿਹੜੇ ਕੱਲ ਵੀ ਨਹੀਂ, ਉਹਨਾਂ ਦੀ ਵਡਿਆਈ ਕਰਕੇ ਤੇ ਆਪਣੇ ਕੀਮਤੀ ਸਵਾਸਾਂ ਨੂੰ ਬਰਬਾਦ ਨਾ ਕਰ। ਵਡਿਆਈ ਕਰਨੀ ਤੇ ਇਹਦੀ ਕਰ ਜਿਹੜਾ ਸੀ, ਜਿਹੜਾ ਹੈ, ਜਿਹੜਾ ਹੋਵੇਗਾ। ਜਿਹਦੇ ਕੋਲ 7 ਸੰਤੋਖ ਨੇ ਉਹਨੂੰ ਸੰਤ ਕਹਿੰਦੇ ਨੇ। ਭਾਈ ਗੜੀਆ ਜੀ ਚੱਲੇ ਨੇ ਸ਼੍ਰੀਨਗਰ ਨੂੰ। ਦੌਲੇ ਸ਼ਾਹ ਕੋ ਰਾਤ ਕੱਟੀ, ਧੌੜੀ ਦੀ ਜੁੱਤੀ, ਖੱਦਰ ਦੇ ਕੱਪੜੇ, ਨੀਲ ਆਇਆ। ਥੱਲੇ ਵੇਖਿਆ, ਇਹ ਵੀ ਲਿਖਿਆ ਜੇ ਗੁਰੂ ਪ੍ਰਤਾਪ ਗ੍ਰੰਥ ਵਿੱਚ, ਜੁੱਤੀ ਉਹਦੀ ਠਿੱਬੀ ਸੀ। ਇਹ ਚੁੱਭਦੀ ਬੜੀ ਨਾ ਧੌੜੀ ਦੀ, ਹੁਣ ਤਾਂ ਧੌੜੀ ਰਹੀ ਨਹੀਂ। ਉਹ ਬੜੀ ਤੇਲ ਤੂਲ ਵੀ ਲਾਉਣਾ ਤੇ ਫਿਰ ਵੀ ਉਹ ਰੜਕਣੀ ਤੇ ਥੱਲੇ ਟਾਕੀਆਂ ਰੱਖ ਕੇ ਤੇ ਪਾਉਣੀ, ਮੁੜ ਕੇ ਮਹੀਨੇ ਬਾਅਦ ਰਮਾ ਹੁੰਦੀ ਸੀ ਮਸਾਓ। ਉਹ ਜਦੋਂ ਜੁੱਤੀ ਦੇ ਨਾਲ ਉਹਦੀਆਂ ਖੁੱਚਾਂ ਤੇ ਮਿੱਟੀ ਪਵੇ ਨਾ, ਤੇ ਦੌਲੇ ਸ਼ਾਹ ਦੇ ਮਨ ਸ਼ੰਕਾ, ਕਹਿਣ ਲੱਗਾ ਵੀ ਕਹਿੰਦੇ ਸੀ ਵੀ ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਤੋਪਾਂ ਭੇਟ ਹੁੰਦੀਆਂ ਨੇ, ਉੱਥੇ ਘੋੜੇ ਚੜ੍ਹਦੇ ਨੇ, ਦਸ਼ਾਲੇ ਚੜ੍ਹਦੇ ਨੇ, ਐਡਾ ਗੁਰੂ ਹੈ। ਤੇ ਆਹ ਗੁਰੂ ਘਰ ਦਾ ਪ੍ਰਚਾਰ ਕਿਤੇ ਨੂੰ ਜੁੱਤੀ ਲੈ ਕੇ ਨਹੀਂ ਦਿੱਤੀ ਕਿ ਨਵੀਂ। ਭਾਈ ਗੜੀਏ ਨੇ ਉਹਦੀ ਮਨ ਦੀ ਬਾਤ ਬੁੱਝ ਲਈ। ਕਹਿਣ ਲੱਗਾ ਦੌਲੇ ਸ਼ਾਹ ਵੇਖ ਮੇਰੇ ਗੁਰੂ ਦੇ ਰੰਗ, ਤੇਰੇ ਟਿੱਬੇ ਵੇਖ ਟਿੱਬੇ। ਜਦੋਂ ਰੇਤ ਦੇ ਟਿੱਬਿਆਂ ਵੱਲ ਵੇਖਿਆ ਤੇ ਉੱਥੇ ਲਿਖਿਆ ਗਿਆਨੀ ਸੰਤੋਖ ਸਿੰਘ ਦਾ ਵੀ ਉਹਨੂੰ ਮੋਤੀਆਂ ਦੀਆਂ ਕਣੀਆਂ ਦਿਸੀਆਂ। ਜਿਹੜੀ ਰੇਤ ਗਿੱਟਿਆਂ ਤੇ ਪੈਂਦੀ ਦਿਸਦੀ ਸੀ ਨਾ, ਕੀ ਵੇਖਿਆ ਉਹਦੇ ਚ ਮੋਤੀਆਂ ਦੀਆਂ ਕਣੀਆਂ ਨੇ। ਕਹਿਣ ਲੱਗਾ ਜਿਹੜੇ ਪਦਾਰਥ ਨੇ ਇਹ ਮੇਰੇ ਗੁਰੂ ਨੇ ਸਾਡੇ ਪੈਰਾਂ ਦੇ ਥੱਲੇ ਰੱਖੇ ਨੇ। ਗੁਰਸਿੱਖ ਹੋਇਆ ਜਿਹੜਾ ਇਹਨਾਂ ਨੂੰ ਲਤਾੜ ਕਰਕੇ ਅੰਗੇ ਲੱਗ ਜਾਏ। ਯਾਦ ਰੱਖਿਆ ਜੀ, ਇੱਕ ਸਿੰਪਲ ਜੀ ਗੱਲ ਕਹਿ ਕੇ, ਕਿਉਂਕਿ ਜਿਨ੍ਹਾਂ ਗੁਰਮੁਖਾਂ ਨੇ ਮੇਰੇ ਤੋਂ ਬਾਅਦ ਬੋਲਣਾ ਉਹ ਆਏ ਨੇ ਜੀ ਆਇਆਂ ਨੂੰ। ਬਾਣੀ ਕਹਿੰਦੀ ਕਹੋ ਕਬੀਰ ਜਿਸ ਉਦਰਤ ਸਮਾਇਆ। ਜਿਹਨੂੰ ਪੇਟ ਲੱਗਾ ਉਹਨੂੰ ਮਾਇਆ ਚਾਹੀਦੀ। ਆਹ ਡੇਰਾ ਬਣਿਆ ਮਾਇਆ ਨਾਲ ਬਣਿਆ ਜੀ। ਆਹ ਸਾਰਾ ਕੁਝ ਲੱਗਾ ਮਾਇਆ ਨਾਲ ਬਣਿਆ। ਫਰਕ ਇਹ ਹੈ ਜਿਹੜੀ ਮਾਇਆ ਨਾ ਸਫ਼ਰ ਕਰਨਾ ਤੇ ਜੁੱਤੀ ਚਾਹੀਦੀ ਹੈ, ਪਰ ਜੁੱਤੀ ਨੂੰ ਪੈਰਾਂ ਥੱਲੇ ਰੱਖੀਏ, ਜੁੱਤੀ ਨੂੰ ਸਿਰ ਤੇ ਨਾ ਰੱਖੀਏ। ਡੇਰੇ ਸੰਤ ਨੂੰ ਵੀ ਮਾਇਆ ਚਾਹੀਦੀ ਹੈ, ਰਾਜਨੀਤਿਕ ਨੂੰ ਵੀ ਚਾਹੀਦੀ, ਆਪਾਂ ਦੁਨੀਆਦਾਰ ਆਪਾਂ ਨੂੰ ਵੀ ਚਾਹੀਦੀ ਹੈ, ਲੇਕਿਨ ਪੈਰਾਂ ਨੂੰ ਜੁੱਤੀ ਨੇ ਢਕਣਾ, ਜੁੱਤੀ ਨੇ ਸਾਡੇ ਸਿਰ ਨੂੰ ਨਹੀਂ ਢਕਣਾ। ਸੰਤ ਉਹ ਹੈ ਜਿਨ੍ਹਾਂ ਨੇ ਮਾਇਆ ਨੂੰ ਆਪਣੀ ਜੁੱਤੀ ਬਣਾ ਕੇ ਰੱਖਿਆ ਤੇ ਗੁਰੂ ਦੇ ਸ਼ਬਦ ਨੂੰ ਦਸਤਾਰ ਬਣਾ ਕੇ ਰੱਖਿਆ। ਉਹ ਨੇ ਸੰਤ ਬਾਬਾ ਸੁਜਾਨ ਦਾਸ, ਬਾਬਾ ਦੀਵਾਨ ਦਾਸ, ਬਾਬਾ ਭਗਵਾਨ ਦਾਸ ਤੇ ਬਾਬਾ ਰਤਨ ਚੰਦ। ਉਹਨਾਂ ਨੂੰ ਆਪਾਂ ਤਾਂ ਚੇਤੇ ਕਰਨੇ ਆ। ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕੇਨ, ਉਹਨਾਂ ਬਜ਼ੁਰਗਾਂ ਦੇ ਕਾਰਨਾਮਿਆਂ ਨੂੰ ਚੇਤੇ ਕਰਕੇ ਆਪਾਂ ਆਪਣੇ ਜੀਵਨ ਨੂੰ ਸੇਧ ਦੇ ਸਕਦੇ ਹਾਂ।
गुरु ग्रंथ सच्चे पातशाह का धन्यवाद, गुरु क्या सोचिया संगतां का धन्यवाद। भुल्लां चुकां की माफ़ी। वाहिगुरू जी का खालसा, वाहिगुरू जी की फतेह जी।